ਵਿਚਰਦੇ ਹੋ ਤਾਂ ਕਿਹੜੇ ਮੁੱਦੇ ਲੈ ਕੇ ਪਹੁੰਚਦੇ ਹੋ, ਕਿਹੜੇ ਕੰਮ ਜਿਹੜੇ ਤੁਸੀਂ ਕੀਤੇ ਨੇ, ਕੋਈ ਇੱਦਾਂ ਦੇ ਕੰਮ ਗਿਣਾਓ ਕਿ ਫਿਰ ਤੋਂ ਜਿਹੜਾ ਮੌਕਾ ਆ ਸਿੱਧੂ ਸਾਹਿਬ ਨੂੰ ਮਿਲੇ। ਜੇ ਅਸੀਂ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਆ ਤਾਂ ਤੁਸੀਂ ਸਾਥੋਂ ਪੁੱਛੋ ਕਿ ਅਸੀਂ ਕੀ ਕੀਤਾ। ਲੈਬੋਰੇਟਰੀਜ਼ ਦੇਖੋ ਤਾਂ ਬੜੀਆਂ ਐਡਵਾਂਸਡ ਲੈਬਸ ਉੱਥੇ ਲੱਗੀਆਂ ਨੇ। ਉਸ ਤੋਂ ਇਲਾਵਾ ਅਸੀਂ ਪਿੰਡ ਸਨੇਟਾ ਵਿਖੇ ਜਿਹੜਾ ਡਿਸਪੈਂਸਰੀ ਆ ਉਹ ਤੁਸੀਂ ਜ਼ਰੂਰ ਦੇਖ ਕੇ ਆਓ। ਨਾਰਥ ਇੰਡੀਆ 'ਚ ਨੰਬਰ 1 ਡਿਸਪੈਂਸਰੀ ਦਾ ਉਹਨੂੰ ਇਨਾਮ ਮਿਲਿਆ। ਤਕਰੀਬਨ 12 ਦੇ ਕਰੀਬ ਸਕੂਲ ਹੈ ਜਿਨ੍ਹਾਂ ਨੂੰ ਅਸੀਂ ਅਪਗ੍ਰੇਡ ਕੀਤਾ ਹੈ। 12 ਚੋਂ 7 ਸਮਾਰਟ ਸਕੂਲ ਨੇ ਅਤੇ 5 ਸਕੂਲ ਐਸੇ ਸੀ ਜਿਨ੍ਹਾਂ ਨੂੰ ਅਪਗ੍ਰੇਡ ਕਰਕੇ +2 ਤੱਕ ਕਰ ਦਿੱਤਾ। ਤਾਂ ਸਰਕਾਰੀ ਹਸਪਤਾਲਾਂ ਦੇ ਲਈ ਕੀ ਕੁਝ ਕੀਤਾ? ਲੋਕ ਜਿਹੜੇ ਗੱਲ ਕਹਿੰਦੇ ਆ ਕਿ ਇੱਥੇ ਪੰਜਾਬ ਦੇ ਵਿੱਚ ਬੜਾ ਮਹਿੰਗਾ ਇਲਾਜ ਹੈ, ਅਸੀਂ ਦਿੱਲੀ ਜਾ ਕੇ ਇਲਾਜ ਕਰਵਾਉਣਾ ਹੈ। ਜਦੋਂ ਦਿੱਲੀ ਕੁਝ ਜਾਂਦੇ ਵੀ ਨੇ, ਦਿੱਲੀ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਿੰਦੇ ਹਾਂ, ਅਸੀਂ ਤਾਂ ਮੁਫਤ 'ਚ ਇਲਾਜ ਕਰਵਾਉਣੇ ਆ। ਹੈਲਥ ਮਾਡਲ ਦੀ ਗੱਲ ਕੇਜਰੀਵਾਲ ਸਾਹਿਬ ਕਰਦੇ ਆ, ਉਹ ਹੈਲਥ ਮਾਡਲ ਕੋਵਿਡ ਦੇ ਦੌਰਾਨ ਬਹੁਤ ਬੁਰੀ ਤਰ੍ਹਾਂ ਪਿਟ ਗਿਆ। ਘੱਟ 5000 ਮਰੀਜ਼ ਦਾ ਜੋ ਇਲਾਜ ਹੈ ਉਹ ਪੰਜਾਬ ਸਰਕਾਰ ਨੇ ਕਰਵਾਇਆ। ਸਿੱਧੂ ਸਾਹਿਬ ਸਿਹਤ ਮੰਤਰੀ ਸੀ। 5000 ਦੇ ਕਰੀਬ ਜਿਹੜਾ ਮਰੀਜ਼ ਹੈ ਉਹ ਪੰਜਾਬ 'ਚ ਆਇਆ ਅਤੇ ਜੇ ਉਹਨਾਂ ਦੀ ਡੈਥ ਵੀ ਪੰਜਾਬ 'ਚ ਹੋਈ ਤਾਂ ਅਸੀਂ ਉਹਨਾਂ ਨੂੰ ਪੰਜਾਬ ਦੇ ਆંકੜਿਆਂ 'ਚ ਐਡ ਕੀਤਾ। ਦੇਖਿਆ ਕਿ ਕਿਤੇ ਕਿਸੇ ਨੂੰ ਸੰਸਕਾਰ ਕਰਾਉਣ ਲਈ ਵੇਟਿੰਗ ਹੋਵੇ। ਦਿੱਲੀ 'ਚ ਕੀ ਹਾਲ ਸੀ? ਦਿੱਲੀ 'ਚ ਰਿਸ਼ਵਤ ਦੇ ਕੇ ਲੋਕਾਂ ਨੂੰ ਪਹਿਲਾਂ ਆਪਣਾ ਨੰਬਰ ਲਗਵਾ ਕੇ ਸੰਸਕਾਰ ਕਰਵਾਉਣਾ ਪਿਆ। ਸਹੂਲਤ ਦੀ ਗੱਲ ਕਰਦਾ ਨਾ, ਕੋਈ ਐਜੂਕੇਸ਼ਨ ਦੀ ਗੱਲ ਕਰ ਰਿਹਾ। ਮੁੱਦਿਆਂ 'ਤੇ ਸਰਕਾਰ ਨਹੀਂ ਲੜ ਰਹੀ, ਸਿਰਫ ਇਹ ਇੱਕ ਦੂਜੇ 'ਤੇ ਜਿਹੜੀ ਹੈ ਸ਼ਬਦੀ ਜੰਗ ਇਸ ਵੇਲੇ ਤੇਜ਼ ਹੋਈ ਕਿ ਮੈਂ ਜਿੱਤ ਕੇ ਦਿਖਾਵਾਂ। ਸਾਡੇ ਇੱਥੋਂ ਜਿਹੜੇ ਆਪ ਦੇ ਕੈਂਡੀਡੇਟ ਨੇ ਉਹ ਇਹ ਗੱਲ ਨਹੀਂ ਕਰਦੇ ਕਿ ਮੈਂ ਮੋਹਾਲੀ ਵਾਸਤੇ ਕੀ ਕਰਨਾ ਜਾਂ ਮੈਂ ਮੋਹਾਲੀ ਵਾਸਤੇ ਮੇਅਰ ਹੁੰਦਿਆਂ ਕੀ ਕਰਿਆ। ਉਹਨਾਂ ਦਾ ਸਾਰਾ ਜ਼ੋਰ ਇਹ ਹੈ ਕਿ ਕਾਂਗਰਸ ਦੇ ਕੈਂਡੀਡੇਟ 'ਤੇ ਕੀ ਦੂਸ਼ਣਬਾਜ਼ੀ ਕਰੀ ਜਾਵੇ। ਬਹੁਤ ਕਰੀਬੀ ਰਿਹਾ ਪਰਿਵਾਰ ਸਾਰਾ, ਅਤੇ ਉਹਨਾਂ ਦਾ ਭਵਿੱਖ ਕੀ ਦੇ? ਮੇਰੇ ਹਿਸਾਬ ਨਾਲ ਮੈਂ ਤਾਂ ਉਹਨਾਂ ਸਾਹਮਣੇ ਬੜਾ ਛੋਟਾ, ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਹੁਣ ਰਿਟਾਇਰਮੈਂਟ ਲੈਣ ਦਾ ਟਾਈਮ ਆ ਗਿਆ। ਅਤੇ ਲੱਗਦਾ ਕਿੰਨੀਆਂ ਸੀਟਾਂ ਲੈ ਕੇ ਆਏਗੀ ਕਾਂਗਰਸ? ਪਹਿਲਾਂ ਨਾਲੋਂ ਵੱਧ ਸੀਟਾਂ ਲੈ ਕੇ ਜਾਵਾਂਗੇ। ਸੀਐਮ ਚਿਹਰਾ ਕਿਸ ਨੂੰ ਦੇ? ਜਿਸ ਨੂੰ ਲੋਕ ਚੁਣਨਗੇ, ਜਿਸ ਨੂੰ ਸਾਡੇ ਹਾਈ ਕਮਾਂਡ ਚੁਣੂਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਚੋਣ ਮੈਦਾਨ ਪੱਖਿਆ ਹੋਇਆ, ਸਿਆਸੀ ਪਾਰਟੀਆਂ ਜਿਹੜੀਆਂ ਚੋਣ ਮੈਦਾਨ 'ਚ ਉਤਰੀਆਂ ਹੋਈਆਂ ਨੇ ਅਤੇ ਮੁਕਾਬਲਾ ਇਸ ਵਾਰ ਬਹੁਤ ਕੋਣੀ ਹੋਣਾ ਹੈ। ਕਾਂਗਰਸ ਦੀ ਸਰਕਾਰ ਰਹੀ ਹੈ ਤਾਂ ਕਾਂਗਰਸ ਦੇ ਜੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਆਪਣੇ ਕੀਤੇ ਹੋਏ ਕੰਮਾਂ ਨੂੰ ਆਧਾਰ ਬਣਾ ਕੇ ਲੋਕਾਂ ਤੋਂ ਵੋਟ ਮੰਗ ਰਹੇ ਨੇ। ਜੋ ਪਿੱਛੇ ਖੜੀ ਹੋਈ ਬੱਸ ਦੇਖ ਰਹੇ ਹੋ, ਇਹ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਉਹਨਾਂ ਦੇ ਬੇਟੇ ਜੋ ਕਿ ਇਸ ਕੰਪੇਨ ਨੂੰ ਚਲਾ ਵੀ ਰਹੇ ਨੇ, ਡੋਰ ਟੂ ਡੋਰ ਆਪਣੇ ਪਿਤਾ ਦੇ ਹੱਕ 'ਚ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਨੇ ਅਤੇ ਆਪਣਾ ਰਿਪੋਰਟ ਕਾਰਡ ਪੇਸ਼ ਕਰ ਰਹੇ ਨੇ ਕਿ ਇਹ ਅਸੀਂ ਕੰਮਕਾਜ ਕੀਤੇ ਸੀ, ਇਸੇ ਦੇ ਆਧਾਰ 'ਤੇ ਸਾਨੂੰ ਵੋਟ ਪਾਈ ਜਾਵੇ। ਤਾਂ ਜਿਹੜੀ ਬੱਸ ਚਲਾਈ ਗਈ ਸੀ, ਬੱਸ ਨੇ ਲੋਕਾਂ ਤੱਕ ਕਿਵੇਂ ਜਿਹੜੀ ਹੈ ਸੇਵਾ ਪਹੁੰਚਾਈ ਹੈ, ਕੀ ਕੁਝ ਬੱਸ ਦੀਆਂ ਜਿਹੜੀਆਂ ਸੇਵਾਵਾਂ ਰਹੀਆਂ ਨੇ, ਕਿਸ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਕੋਵਿਡ ਮਹਾਮਾਰੀ ਜਦੋਂ ਲੋਕਾਂ ਨੇ ਬਹੁਤ ਸਾਰੀਆਂ ਆਪਣੀਆਂ ਜਾਨਾਂ ਗਵਾਈਆਂ ਸੀ ਤਾਂ ਬਹੁਤ ਜਿਹੜਾ ਸੀ ਇੱਕ ਭਿਆਨਕ ਸਮਾਂ ਦੇਸ਼ ਦੇ ਉੱਪਰ ਆਇਆ ਸੀ, ਕਿਸ ਤਰੀਕੇ ਨਾਲ ਨਜਿੱਠਿਆ ਗਿਆ ਸੀ ਉਸ ਸਮੇਂ ਨੂੰ। ਆਓ ਗੱਲਬਾਤ ਕਰਾਂਗੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਬੇਟੇ ਰੂਬੀ ਸਿੱਧੂ ਉਹਨਾਂ ਦੇ ਨਾਲ। ਤੁਹਾਨੂੰ ਬੱਸ 'ਚ ਲੈ ਕੇ ਜਾਣੇ ਕਿਸ ਤਰੀਕੇ ਨਾਲ ਬੱਸ ਵਿੱਚ ਕੰਮਕਾਜ ਹੋਇਆ ਸੀ। ਸੋ ਬਿਲਕੁਲ ਜੀ, ਉਹੀ ਬੱਸ ਹੈ ਜਿਹੜੀ ਪਿੰਡ-ਪਿੰਡ ਜਾ ਕੇ ਲੋਕਾਂ ਤੱਕ ਜਿਹੜੀਆਂ ਨੇ ਸਿਹਤ ਸਹੂਲਤਾਂ ਪ੍ਰੋਵਾਈਡ ਕਰਾਉਂਦੀ ਰਹੀ ਹੈ। ਬਹੁਤ ਸਾਰੇ ਜਿਹੜੇ ਕੈਂਪ ਲੱਗੇ ਨੇ ਇਸ ਬੱਸ ਦੇ ਥਰੂ ਔਰ ਸਾਡੇ ਨਾਲ ਇੱਥੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਰੂਬੀ ਸਿੱਧੂ ਹੁਣੀ ਮੌਜੂਦ ਹੈ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਸਵਾਗਤ ਹੈ ਜੀ ਪ੍ਰੋ ਪੰਜਾਬ ਤੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਭ ਤੋਂ ਪਹਿਲਾਂ ਗੱਲ ਕਿ ਇਸ ਵੇਲੇ ਜਿੰਨੀਆਂ ਵੀ ਪਾਰਟੀਆਂ ਚੋਣ ਮੈਦਾਨ 'ਚ ਉਤਰੀਆਂ ਹੋਈਆਂ ਨੇ ਔਰ ਸਾਰੀਆਂ ਇਹ ਗੱਲ ਕਹਿੰਦੀਆਂ ਕਿ ਅਸੀਂ ਸਿਹਤ ਸਹੂਲਤਾਂ ਦੇ ਲਈ ਔਰ ਵੱਖਰੇ ਵੱਖਰੇ ਮੁੱਦੇ ਹੁੰਦੇ, ਸਿਹਤ ਸਭ ਤੋਂ ਇੰਪੋਰਟੈਂਟ ਹੈ। ਪਿਤਾ ਜੀ ਸਾਬਕਾ ਸਿਹਤ ਮੰਤਰੀ ਰਹੇ ਨੇ, ਤੁਸੀਂ ਲਗਾਤਾਰ ਸੇਵਾਵਾਂ ਨਿਭਾਉਂਦੇ ਰਹੇ ਹੋ। ਤਾਂ ਬੱਸ ਦੀ ਗੱਲ ਕਰਾਂਗੇ ਤਾਂ ਕਿਸ ਤਰੀਕੇ ਦੇ ਨਾਲ ਸੇਵਾਵਾਂ ਜਿਹੜੀਆਂ ਪਹੁੰਚਾਈਆਂ ਨੇ? ਮੈਂ ਤੁਹਾਨੂੰ ਥੋੜ੍ਹਾ ਜਿਹਾ ਬੈਕਗਰਾਊਂਡ ਦੱਸਣਾ ਚਾਹੁੰਦਾ ਕਿ ਜਦੋਂ ਸਾਡੀ ਸਰਕਾਰ ਬਣੀ ਸੀ ਅਤੇ ਸਿੱਧੂ ਸਾਹਿਬ ਦੀ ਇੱਕ ਸੋਚ ਸੀ ਕਿ ਜੋ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਨੂੰ, ਉਹਨਾਂ ਦਾ ਜਿਹੜਾ ਸਹੀ ਫਾਇਦਾ ਹੈ ਉਹ ਲੋਕਾਂ ਤੱਕ ਨਹੀਂ ਪਹੁੰਚਦਾ ਅਤੇ ਆਪਾਂ ਕੁਝ ਐਸਾ ਉਪਰਾਲਾ ਕਰੀਏ ਕਿ ਜਿਹੜਾ ਇਹਨਾਂ ਸਿਹਤ ਸਕੀਮਾਂ ਦਾ ਸਿਹਤ ਜਾਂ ਬਾਕੀ ਸਰਕਾਰ ਦੀਆਂ ਸਕੀਮਾਂ ਦਾ ਜੋ ਫਾਇਦਾ ਹੈ ਉਹ ਲੋਕਾਂ ਤੱਕ ਪਹੁੰਚੇ।
ਸੋ ਉਸੇ ਸੋਚ ਦੇ ਤਹਿਤ ਅਸੀਂ ਜਿਹੜਾ ਇੱਕ ਲੋਕ ਭਲਾਈ ਕੇਂਦਰ ਉਹ ਤਿਆਰ ਕੀਤਾ ਜੀ। ਉਹਦਾ ਦਫ਼ਤਰ ਸਾਡੇ ਇੱਥੇ ਮੋਹਾਲੀ 'ਚ ਇੱਕ ਫੇਸ 'ਚ ਦਫ਼ਤਰ ਵੀ ਹੈ। ਅਸੀਂ ਆਪਣਾ ਬਕਾਇਦਾ ਸਟਾਫ ਰੱਖਿਆ ਉੱਥੇ, ਤੇ ਜਿਹਦਾ ਮਕਸਦ ਇਹ ਸੀ ਕਿ ਹਲਕੇ ਦੇ ਸਾਰੇ ਜਿੰਨੇ ਲੋਕ ਹੈ ਤੇ ਪੰਜਾਬ ਸਰਕਾਰ ਦੀਆਂ ਜਿੰਨੀਆਂ ਸਕੀਮਾਂ ਨੇ ਉਹਨਾਂ ਨੂੰ ਉਹਨਾਂ ਸਕੀਮਾਂ ਦਾ ਫਾਇਦਾ ਦਿਵਾ ਸਕੀਏ। ਤੇ ਉਸੇ ਤਹਿਤ ਅਸੀਂ ਇਹ ਲੋਕ ਭਲਾਈ ਕੇਂਦਰ ਦਾ ਨਿਰਮਾਣ ਕੀਤਾ, ਕੈਂਪਸ ਲਗਾਉਣੇ ਸ਼ੁਰੂ ਕੀਤੇ। ਤੇ ਫਿਰ ਜਦੋਂ ਕੈਂਪਸ ਲੱਗਦੇ ਸੀ ਤਾਂ ਸਾਨੂੰ ਫਿਰ ਕੁਝ ਦਿੱਕਤਾਂ ਆਈਆਂ, ਜਿਵੇਂ ਕਿਤੇ ਬੈਠ ਕੇ ਕੈਂਪ ਲਾਉਣਾ ਹੈ ਜਾਂ ਜਿਵੇਂ ਸਾਨੂੰ ਇਹ ਮਹਿਸੂਸ ਹੋਇਆ ਕਿ ਇੱਕ ਮੋਬਾਈਲ ਦਫ਼ਤਰ ਦੀ ਲੋੜ ਹੈ ਕਿ ਕਿਉਂਕਿ ਦਫ਼ਤਰ 'ਚ ਕੀ ਹੁੰਦਾ ਕਿ ਸਾਰੀਆਂ ਚੀਜ਼ਾਂ ਆਰਗੇਨਾਈਜ਼ ਤਰੀਕੇ ਨਾਲ ਆਪਣੇ ਆਪਣੇ ਥਾਂ 'ਤੇ ਪਈਆਂ ਹੁੰਦੀਆਂ ਨੇ। ਸੋ ਉਸੇ ਤਹਿਤ ਫਿਰ ਇਹ ਅਸੀਂ ਬੱਸ ਤਿਆਰ ਕਰਵਾਈ, ਜਿਸ ਦਾ ਬਿਲਕੁਲ ਸੀਟਿੰਗ ਜੇ ਤੁਸੀਂ ਦੇਖੋਗੇ ਤਾਂ ਇੱਕ ਦਫ਼ਤਰ ਵਰਗੀ ਸੀਟਿੰਗ ਹੈ। ਤੇ ਸਾਡਾ ਜਿਹੜਾ ਸਟਾਫ ਹੈ ਉਹ ਇਸ ਬੱਸ 'ਚ ਬੈਠ ਕੇ ਪਿੰਡਾਂ 'ਚ ਸ਼ਹਿਰ ਦੇ ਵਾਰਡਾਂ 'ਚ ਜਾਂਦਾ ਹੈ ਤੇ ਉੱਥੇ ਜਿਹੜੇ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦੇ ਜਿਹੜੇ ਕੈਂਪਸ ਹੈ ਉਹ ਲਗਾਏ ਜਾਂਦੇ ਨੇ। ਬਿਲਕੁਲ ਬੱਸ ਦੇ ਬਾਹਰ 6 ਆਪਸ਼ਨ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਆਪਸ਼ਨ ਦਿੱਤੀਆਂ ਗਈਆਂ ਨੇ। ਇਹ ਤੁਸੀਂ ਪਹਿਲਾਂ ਪਲਾਨ ਕਰਦੇ ਹੋ ਕਿ ਇਸ ਆਪਸ਼ਨ 'ਚ ਇੱਕੋ ਚੁਣਨਾ ਹੈ ਜਾਂ ਫਿਰ 6 ਦੀਆਂ 6 ਲੋਕੀ ਜਿਹੜਾ ਫਾਇਦਾ ਉਠਾ ਸਕਦੇ ਸੀ? ਦੇਖੋ ਇਹ ਤਾਂ ਲੋਕਾਂ ਤੇ ਆ। ਅਸੀਂ ਹਰ ਤਰ੍ਹਾਂ ਦੀ ਜੋ ਵੀ ਸਰਕਾਰ ਦੀ ਸਕੀਮ ਹੈ, ਚਾਹੇ ਕੋਈ ਕਿਸੇ ਤਰ੍ਹਾਂ ਦੀ ਪੈਨਸ਼ਨ ਹੈ, ਕੋਈ ਸ਼ਗਨ ਸਕੀਮ ਹੈ, ਜਾਂ ਕੋਈ ਲੇਬਰ ਕਾਰਡ ਬਣਨਾ ਕਿਸੇ ਦਾ, ਕਿਸੇ ਦੇ ਸਮਾਰਟ ਕਾਰਡ ਜਿਹੜੇ ਹੁਣ ਆਏ ਸੀ ਉਹ ਬਣਨੇ ਹੈ, ਕਿਸੇ ਦਾ ਹੈਲਥ ਕਾਰਡ ਬਣਨਾ ਹੈ। ਤੇ ਤਕਰੀਬਨ ਸਾਰੀਆਂ ਜੋ ਸਰਕਾਰ ਦੀਆਂ ਵੈਲਫੇਅਰ ਸਕੀਮਸ ਨੇ, ਸਾਰੀਆਂ ਸਕੀਮਾਂ ਲਈ ਅਸੀਂ ਇੱਥੇ ਜੋ ਲੋਕਾਂ ਦੇ ਵਾਸਤੇ ਸਾਡਾ ਸਟਾਫ ਬੈਠ ਕੇ ਫਾਰਮ ਵੀ ਭਰਦਾ ਹੈ ਤੇ ਬਕਾਇਦਾ ਇੱਥੋਂ ਅਸੀਂ ਫਾਰਮ ਲਿਜਾ ਕੇ ਸਾਡੀ ਟੀਮ ਜਾ ਕੇ ਦਫ਼ਤਰਾਂ 'ਚ, ਜੋ ਸਰਕਾਰੀ ਦਫ਼ਤਰਾਂ 'ਚ ਲੋਕਾਂ ਨੂੰ ਥੋੜ੍ਹੀ ਅਸੁਵਿਧਾ ਆਪਾਂ ਕਹਿ ਦਿੰਦੇ ਹਾਂ ਵੀ ਜੀ ਲਾਈਨਾਂ 'ਚ ਖੜ੍ਹਨਾ ਪੈਂਦਾ, ਉਹ ਸਾਡਾ ਸਟਾਫ ਜਾ ਕੇ ਉੱਥੇ ਖੜ੍ਹਦਾ ਤੇ ਉਹ ਇਹ ਸਾਰਾ ਜੋ ਫਾਇਦਾ ਅਸੀਂ ਬੈਨੀਫਿਟ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਵਿਡ ਮਹਾਮਾਰੀ ਦੌਰਾਨ ਇਸ ਬੱਸ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ ਨੇ। ਅਕਸਰ ਜਦੋਂ ਅਸੀਂ ਉਹ ਟਾਈਮ ਦੇਖਿਆ, ਬਹੁਤ ਬੁਰਾ ਟਾਈਮ ਸੀ, ਬਹੁਤ ਬੁਰੇ ਦੌਰ 'ਚੋਂ ਸਾਰੀ ਦੁਨੀਆ ਨਿਕਲੀ ਹੈ, ਬਹੁਤ ਸਾਰੀਆਂ ਜਿਹੜੀਆਂ ਜਾਨਾਂ ਚਲੀਆਂ ਗਈਆਂ ਸੀ। ਔਰ ਉਸ ਦੌਰਾਨ ਇਸ ਬੱਸ ਜਿਹੜੀ ਹੈ ਆਕਸੀਜਨ ਕਿੱਦਾਂ ਪਹੁੰਚਾਇਆ ਕਰਦੀ ਸੀ, ਜਿਸ ਤਰੀਕੇ ਨਾਲ ਬਹੁਤ ਸਭ ਤੋਂ ਵੱਡੀ ਕਮੀ ਆਕਸੀਜਨ ਦੀ ਸਾਡੇ ਤਾਈਂ ਪਹੁੰਚੀ ਸੀਗੀ। ਬਿਲਕੁਲ ਜੀ, ਕੋਵਿਡ ਦੌਰਾਨ ਜਿਹੜਾ ਸਾਡਾ ਲੋਕ ਭਲਾਈ ਕੇਂਦਰ ਸੀ, ਮੈਂ ਦੱਸਣਾ ਚਾਹੁੰਦਾ ਵੀ ਸਿੱਧੂ ਸਾਹਿਬ ਨੇ ਆਪਣੇ ਕੋਲੋਂ ਵੀ ਕਾਫੀ ਜੋ ਰਾਸ਼ਨ ਸੀ, ਜੋ ਲੋੜਵੰਦ ਪਰਿਵਾਰ ਸੀ, ਉਹਨਾਂ ਤੱਕ ਅਸੀਂ ਪਹੁੰਚਾਇਆ। ਇਹ ਬੱਸ ਨੇ ਵੀ ਸਾਡੀ ਬੜੀ ਮਦਦਗਾਰ ਰਹੀ ਹੈ, ਕਿਉਂਕਿ ਜਿਹੜਾ ਰਾਸ਼ਨ ਵੰਡਣ ਦੇ ਵਿੱਚ ਤੇ ਈਵਨ ਇਹ ਬੱਸ 'ਚ ਅਸੀਂ ਆਕਸੀਜਨ ਸਿਲੰਡਰਸ ਵੀ ਲਿਜਾਂਦੇ ਰਹੇ ਹਾਂ ਲੋਕਾਂ ਦੀ ਮਦਦ ਕਰਨ ਵਾਸਤੇ। ਸੋ ਕੁੱਲ ਮਿਲਾ ਕੇ ਬੱਸ ਸਾਡੇ ਵਾਸਤੇ, ਜਾਂ ਮੈਂ ਕਹੂੰਗਾ ਵੀ ਬੜੀ ਮਦਦਗਾਰ ਰਹੀ ਹੈ ਕਿ ਇੱਕ ਬੜੀ ਕਨਵੀਨੀਅੰਸ ਸਾਡੇ ਵਾਸਤੇ ਹੋਈ ਹੈ ਇਸ ਬੱਸ ਕਰਕੇ। ਹੁਣ ਫਾਦਰ ਸਾਹਿਬ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਤੁਸੀਂ ਵੀ ਡੋਰ ਟੂ ਡੋਰ ਕੰਪੇਨ ਕਰਦੇ ਪਏ ਹੋ। ਔਰ ਜੇਕਰ ਗੱਲ ਕਰੀਏ ਜਦੋਂ ਹੁਣ ਲੋਕਾਂ 'ਚ ਵਿਚਰਦੇ ਹੋ ਤਾਂ ਕਿਹੜੇ ਮੁੱਦੇ ਲੈ ਕੇ ਪਹੁੰਚਦੇ ਹੋ, ਕਿਹੜੇ ਕੰਮ ਜਿਹੜੇ ਤੁਸੀਂ ਕੀਤੇ ਨੇ, ਕੋਈ ਇੱਦਾਂ ਦੇ ਕੰਮ ਗਿਣਾਓ ਕਿ ਫਿਰ ਤੋਂ ਜਿਹੜਾ ਮੌਕਾ ਆ ਸਿੱਧੂ ਸਾਹਿਬ ਨੂੰ ਮਿਲੇ? ਬਿਲਕੁਲ ਜੀ, ਅਸੀਂ ਸਾਡਾ ਸਾਰਾ ਪਰਿਵਾਰ, ਮੇਰੇ ਮਦਰ, ਮੇਰੇ ਵਾਈਫ, ਮੇਰੀ ਸਿਸਟਰ, ਮੇਰੇ ਚਾਚੀ ਜੀ, ਮੈਂ ਆਪ, ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਹਾਂ ਸਾਰੇ ਸ਼ਹਿਰ ਵਿੱਚ। ਤੇ ਮੈਂ ਬੜਾ ਵਧੀਆ ਮੈਨੂੰ ਤੁਹਾਡਾ ਸਵਾਲ ਲੱਗਿਆ ਕਿ ਮੈਂ ਜਦੋਂ ਕਿਤੇ ਬੋਲਣਾ ਵੀ ਹੁੰਦਾ, ਮੈਂ ਸਭ ਤੋਂ ਪਹਿਲਾਂ ਕਹਿੰਦਾ ਕਿ ਜੇ ਅਸੀਂ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਹਾਂ ਤਾਂ ਤੁਸੀਂ ਸਾਥੋਂ ਪੁੱਛੋ ਕਿ ਅਸੀਂ ਕੀ ਕੀਤਾ। ਜੇ ਕੋਈ ਹੋਰ ਕੈਂਡੀਡੇਟ ਆ ਤੁਸੀਂ ਉਹਨਾਂ ਤੋਂ ਵੀ ਪੁੱਛੋ ਕਿ ਉਹਨਾਂ ਨੇ ਕੀ ਕੀਤਾ। ਬਿਲਕੁਲ ਜੋ ਸਾਡੀਆਂ ਪ੍ਰਾਪਤੀਆਂ ਨੇ, ਸਾਨੂੰ ਮਾਣ ਹੈ ਕਿ ਵੀ ਅਸੀਂ ਜੇ ਸਿੱਧੂ ਸਾਹਿਬ ਨੂੰ ਲੋਕਾਂ ਨੇ ਚੁਣ ਕੇ MLA ਬਣਾਇਆ, ਮੰਤਰੀ ਬਣਾਇਆ, ਤਾਂ ਅਸੀਂ ਉਹਦਾ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੋ ਲੋਕਾਂ ਨੇ ਭਰੋਸਾ ਦਿਵਾਇਆ ਸੀ ਉਹ ਇਨਸਾਫ ਕਰਨ ਲਈ। ਜੇ ਮੈਂ ਮੇਜਰ ਪ੍ਰੋਜੈਕਟਸ ਦੀ ਗੱਲ ਕਰਾਂ ਤਾਂ 374 ਕਰੋੜ ਦੀ ਲਾਗਤ ਨਾਲ ਜੋ ਮੈਡੀਕਲ ਕਾਲਜ ਮੋਹਾਲੀ ਵਿੱਚ ਆਇਆ, ਉਹ ਵੀ ਸਿੱਧੂ ਸਾਹਿਬ ਲੈ ਕੇ ਆਏ ਸੀ, ਕਿਉਂਕਿ ਉਹ ਮੈਡੀਕਲ ਕਾਲਜ ਮੈਡਮ ਅੰਬਿਕਾ ਸੋਨੀ ਜਦੋਂ ਕਾਂਗਰਸ ਦੀ UPA ਸਰਕਾਰ ਸੀ ਉਦੋਂ ਅਲਾਟ ਹੋਇਆ ਸੀ। ਤੇ ਵਿੱਚ ਅਕਾਲੀ ਦਲ ਨੇ ਉਸ ਨੂੰ ਲਮਕਾ ਕੇ ਰੱਖਿਆ, ਪਰ ਸਿੱਧੂ ਸਾਹਿਬ ਨੇ ਉਸ ਦੀ ਪੈਰਵੀ ਨਹੀਂ ਛੱਡੀ ਤੇ
ਪ੍ਰਮਾਤਮਾ ਦੀ ਕਿਰਪਾ ਹੋਈ ਤੇ ਉਸ ਮੈਡੀਕਲ ਕਾਲਜ ਉਰੇ ਤਿਆਰ ਹੋ ਕੇ ਅੱਜ ਉੱਥੇ 86 ਬੱਚੇ ਐਡਮਿਸ਼ਨ ਲੈ ਕੇ ਡਾਕਟਰੀ ਦੀ ਪੜ੍ਹਾਈ ਵੀ ਕਰ ਰਹੇ ਨੇ। ਤੇ ਉਸੇ ਦੇ ਨਾਲ ਜੇ ਤੁਸੀਂ 6 ਫੇਸ ਦੇਖੋ ਮੈਡੀਕਲ ਕਾਲਜ ਨਾਲ ਗਵਰਨਮੈਂਟ ਕਾਲਜ ਹੈ ਤੇ ਕਾਫੀ ਜਗ੍ਹਾ ਉੱਥੇ ਪਈ ਸੀਗੀ ਤੇ ਉਹਦੇ ਵਿੱਚ ਸਰਕਾਰ ਵੱਲੋਂ ਅਪਰੂਵ ਹੋਇਆ ਸੀ ਨਰਸਿੰਗ ਕਾਲਜ, ਜਿਸ ਦੀ ਕੰਸਟਰਕਸ਼ਨ ਚੱਲ ਰਹੀ ਹੈ ਤੇ ਉਹ ਵੀ ਅੰਡਰ ਕੰਸਟਰਕਸ਼ਨ ਹੈ। 6 ਫੇਸ ਮੈਡੀਕਲ ਕਾਲਜ ਆਉਣ ਨਾਲ ਜਿਹੜੀ ਸਿਵਲ ਹਸਪੀਟਲ ਦੀ ਬਿਲਡਿੰਗ ਮੈਡੀਕਲ ਕਾਲਜ ਨੂੰ ਨੇ ਟੇਕ ਓਵਰ ਕੀਤੀ ਤੇ ਲੋੜ ਸੀ ਨਵੇਂ ਸਿਵਲ ਹਸਪੀਟਲ ਦੀ ਤੇ ਸੈਕਟਰ 66 ਵਿੱਚ 350 ਬੈੱਡ ਦਾ ਸਿਵਲ ਹਸਪੀਟਲ ਵੀ ਹੈ ਜਿਹੜਾ ਉਹ ਵੀ ਅੰਡਰ ਕੰਸਟਰਕਸ਼ਨ ਹੈ। ਉਹ ਵੀ ਬੜਾ ਇੱਕ ਆਧੁਨਿਕ ਆਪਣੇ ਆਪ 'ਚ ਸ਼ਾਇਦ ਹੋ ਸਕਦਾ ਪੰਜਾਬ ਦਾ ਸਭ ਤੋਂ ਐਡਵਾਂਸਡ ਸਿਵਲ ਹਸਪੀਟਲ ਹੋਵੇ। ਤੇ ਉਸ ਤੋਂ ਇਲਾਵਾ ਅਸੀਂ ਮੈਡੀਕਲ ਦੀ ਜਿਹੜੀ ਡਿਸਪੈਂਸਰੀਜ਼ ਸੀਗੀਆਂ 3B1 ਚ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਇੱਕ 30 ਬੈੱਡ ਦਾ ਉੱਥੇ ਹਸਪੀਟਲ ਤਿਆਰ ਕੀਤਾ ਗਿਆ ਜਿਸ ਦਾ ਉਦਘਾਟਨ ਹੋ ਚੁੱਕਿਆ ਤੇ ਉਹ ਚੱਲ ਕੇ ਤਿਆਰ ਆ। ਉੱਥੇ ਦੀ ਜੇ ਤੁਸੀਂ ਲੈਬੋਰੇਟਰੀਜ਼ ਦੇਖੋ ਤਾਂ ਬੜੀਆਂ ਐਡਵਾਂਸਡ ਲੈਬਸ ਉੱਥੇ ਲੱਗੀਆਂ ਨੇ। ਉਸ ਤੋਂ ਇਲਾਵਾ ਅਸੀਂ ਪਿੰਡ ਸਨੇਟਾ ਵਿਖੇ ਜਿਹੜਾ ਡਿਸਪੈਂਸਰੀ ਆ ਉਹ ਤੁਸੀਂ ਜ਼ਰੂਰ ਦੇਖ ਕੇ ਆਓ। ਉਹ ਨਾਰਥ ਇੰਡੀਆ 'ਚ ਨੰਬਰ 1 ਡਿਸਪੈਂਸਰੀ ਦਾ ਉਹਨੂੰ ਇਨਾਮ ਮਿਲਿਆ ਤੇ ਅਸੀਂ ਹੋਰ ਕਈ ਪਾਸੇ ਜਿਹੜੇ ਡਿਸਪੈਂਸਰੀ ਸੀਗੀਆਂ ਉਹਨਾਂ ਨੂੰ ਵੀ ਅਪਗ੍ਰੇਡ ਕੀਤਾ ਹੈ। ਤੇ ਮੇਜਰ ਜਿਹੜੀ ਗੱਲ ਐਜੂਕੇਸ਼ਨ ਦੀ ਗੱਲ ਜੇ ਆਪਾਂ ਕਰੀਏ ਤਾਂ ਸਕੂਲਸ ਸੀਗੇ ਤਕਰੀਬਨ 12 ਦੇ ਕਰੀਬ ਸਕੂਲ ਹੈ ਜਿਨ੍ਹਾਂ ਨੂੰ ਅਸੀਂ ਅਪਗ੍ਰੇਡ ਕੀਤਾ ਹੈ। 12 ਚੋਂ 7 ਸਮਾਰਟ ਸਕੂਲ ਨੇ ਤੇ 5 ਸਕੂਲ ਐਸੇ ਸੀ ਜਿਨ੍ਹਾਂ ਨੂੰ ਅਪਗ੍ਰੇਡ ਕਰਕੇ +2 ਤੱਕ ਕਰ ਦਿੱਤਾ ਗਿਆ। ਤੇ ਸਾਡੇ ਇਲਾਕੇ ਦਾ ਜੀ ਇੱਕ ਬਹੁਤ ਵੱਡਾ ਪ੍ਰੋਬਲਮ ਜੇ ਕਹੀਏ, ਤੁਸੀਂ ਵੀ ਸ਼ਾਇਦ ਉਸ ਨੂੰ ਐਕਸਪੀਰੀਅੰਸ ਕੀਤਾ ਹੋਣਾ ਕਿ ਲਾਂਡਰਾਂ ਜਿਹੜਾ ਚੌਂਕ ਸੀਗਾ ਉਹ ਇੱਕ ਬੋਟਲ-ਨੈਕ ਸੀਗਾ ਤੇ ਉੱਥੇ ਬਹੁਤ ਘੰਟਿਆਂ ਦਾ ਜਾਮ ਹੁੰਦਾ ਸੀ ਤੇ ਕਾਫੀ ਲੋਕ ਐਸੇ ਹੋਣੇ ਕਿ ਜਿਹੜੇ ਐਂਬੂਲੈਂਸਾਂ 'ਚ ਜਾਂਦੇ ਤੇ ਉੱਥੇ ਜਾਨ ਗਵਾ ਬੈਠੇ ਵਿਚਾਰੇ ਸਿਰਫ ਜਾਮ ਕਰਕੇ, ਜਾਂ ਲੋਕ ਜਿਹੜੇ ਮੋਹਾਲੀ ਜੌਬ ਕਰਨ ਕੋਈ ਸਰਹੰਦ ਤੋਂ, ਕੋਈ ਚੁੰਨੀ ਤੋਂ, ਕੋਈ ਝੰਜੇੜੀ ਤੋਂ ਆਉਂਦਾ ਸੀ ਉਹ ਪਹਿਲਾਂ ਜਾਮ 'ਚ ਫਸਦਾ ਸੀ ਫਿਰ ਵਿਚਾਰਾ ਮੋਹਾਲੀ ਪਹੁੰਚਦਾ ਸੀ। 27 ਕਰੋੜ ਦੀ ਲਾਗਤ ਨਾਲ ਉਹ ਬੋਟਲ-ਨੈਕ ਨੂੰ ਖ਼ਤਮ ਕਰਕੇ ਸਿੱਧੂ ਸਾਹਿਬ ਨੇ ਉੱਥੇ ਉਸ ਨੂੰ 4 ਲੇਨ ਬਣਵਾ ਕੇ ਸਿੱਧਾ ਉਹ ਚੌਂਕ ਦਾ ਬੋਟਲ-ਨੈਕ ਖ਼ਤਮ ਕੀਤਾ। ਜੇ ਤੁਸੀਂ ਅੱਜ ਜਾ ਕੇ ਦੇਖੋ ਤਾਂ ਤੁਹਾਨੂੰ ਬਿਲਕੁਲ ਉੱਥੇ ਜਾਮ 'ਚ ਖੜਨਾ ਨਹੀਂ ਪੈਂਦਾ ਤੇ ਟ੍ਰੈਫਿਕ ਲਾਈਟਸ ਲੱਗੀਆਂ ਨੇ ਤੇ ਬੜੀ ਆਰਾਮ ਨਾਲ ਤੁਸੀਂ ਅੱਗੇ ਜਾ ਸਕਦੇ ਹੋ। ਇਸ ਤੋਂ ਇਲਾਵਾ ਕੁਝ ਬੁਨਿਆਦੀ ਜਿਹੜੀ ਹੁੰਦੀ ਹੈ ਜਿਵੇਂ ਵਾਟਰ ਸਪਲਾਈ ਦੀ ਗੱਲ ਕਰੀਏ ਤਾਂ ਸਾਨੂੰ ਕਜੌਲੀ ਤੋਂ ਪਾਣੀ ਆਉਂਦਾ, ਕਜੌਲੀ ਵਾਟਰ ਵਰਕਸ ਤੋਂ, ਤੇ ਪਾਣੀ ਦੀ ਸਪਲਾਈ 'ਚ ਜੇ ਕਿਤੇ ਪਿੱਛੇ ਫਾਲਟ ਪੈ ਜਾਂਦਾ ਸੀ ਤਾਂ ਰੁਕ ਜਾਂਦੀ ਸੀ ਸਪਲਾਈ। ਪਰ ਮੈਨੂੰ ਬੜੇ ਖੁਸ਼ੀ ਨਾਲ ਦੱਸਦਾ ਮੈਂ ਕਿ ਵੀ ਤਕਰੀਬਨ 400 ਕਰੋੜ ਦੀ ਲਾਗਤ ਨਾਲ ਮੋਹਾਲੀ 'ਚ ਸਿੰਘਪੁਰ ਪਿੰਡ ਹੈ ਉਹਦੇ ਵਿੱਚ ਇੱਕ ਵਾਟਰ ਵਰਕਸ ਪਲਾਂਟ ਲਗਾਇਆ ਗਿਆ ਜਿਹਦੇ ਵਿੱਚ ਪਾਣੀ ਦਾ ਇੱਕ ਰੈਜ਼ਰਵਾਇਰ ਹੈ ਜਿੱਥੇ ਪਿੱਛੋਂ ਪਾਣੀ ਆਊਗਾ। ਉਸ ਪਾਣੀ ਨੂੰ ਟਰੀਟ ਕਰਕੇ ਫਿਰ ਇੱਕ ਹੋਰ ਰੈਜ਼ਰਵਾਇਰ ਹੈ ਜਿਹਦੇ 'ਚੋਂ ਪਾਣੀ ਇਸ ਸ਼ਹਿਰ ਨੂੰ ਸਪਲਾਈ ਆਊਗੀ ਤੇ ਉਸ ਦੇ ਰਾਹੀਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਬਿਹਤਰ ਪਾਣੀ ਦੀ ਸਪਲਾਈ ਇਸ ਸ਼ਹਿਰ ਨੂੰ ਦਿੱਤੀ ਜਾਵੇ। ਸਾਡੇ ਸ਼ਹਿਰ 'ਚ ਜਿਹੜਾ ਸੀਵਰੇਜ ਸਿਸਟਮ ਸੀ ਉਹ ਵੀ ਕਾਫੀ ਪੁਰਾਣਾ ਪਿਆ ਹੋਇਆ ਸੀ, ਕਦੇ ਦੁਬਾਰਾ ਜਦੋਂ ਦਾ ਸ਼ਹਿਰ ਤਿਆਰ ਹੋਇਆ ਉਦੋਂ ਦਾ ਹੀ ਸੀਵਰੇਜ ਸਿਸਟਮ ਸੀਗਾ ਤੇ ਉਹ ਵੀ ਜੇ ਤੁਸੀਂ ਦੇਖੋ ਕਿ ਸੀਵਰੇਜ ਸਾਡੇ ਬਿਲਕੁਲ ਨਵਾਂ ਪਿਆ ਹੈਗਾ ਮੋਹਾਲੀ ਸ਼ਹਿਰ ਦਾ। ਇੱਕ STP ਦਾ ਕੰਮ ਸ਼ੁਰੂ ਹੋ ਚੁੱਕਿਆ ਸੀਵਰੇਜ ਟਰੀਟਮੈਂਟ ਪਲਾਂਟ, ਜਿਹਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਜਿਹੜਾ ਸ਼ਹਿਰ ਦਾ ਉਹਨੂੰ ਪਾਣੀ ਨੂੰ ਟਰੀਟ ਕਰਕੇ ਅਦਰ ਦੈਨ ਡਰਿੰਕਿੰਗ ਹਰ ਪਰਪਸ ਲਈ ਉਹ ਪਾਣੀ ਇਸਤੇਮਾਲ ਹੋ ਸਕਦਾ, ਚਾਹੇ ਉਹ ਹਾਰਟੀਕਲਚਰ ਦੀ ਗੱਲ ਹੋਏ ਚਾਹੇ ਹੋਰ ਕਿਸੇ ਵੀ ਤਰ੍ਹਾਂ ਦੇ ਆਪਾਂ ਸਿਰਫ ਉਹਨੂੰ ਇੱਕ ਆਪਾਂ ਕੰਜ਼ਿਊਮ ਨਹੀਂ ਕਰ ਸਕਦੇ ਤੇ ਅਦਰਵਾਈਜ਼ ਉਹ ਹਰ ਤਰ੍ਹਾਂ ਦਾ ਕੰਮ ਉਸ ਪਾਣੀ ਨੂੰ ਯੂਜ਼ ਕੀਤਾ ਜਾ ਸਕਦਾ। ਸੋ ਐਸੇ ਕਾਫੀ ਛੋਟੇ ਪ੍ਰੋਜੈਕਟ ਨੇ ਵੀ ਜਿਵੇਂ ਪਿੰਡਾਂ 'ਚ ਜੇ ਤੁਸੀਂ ਜਾਓ ਗਲੀਆਂ ਨਾਲੀਆਂ, ਮੈਂ ਕਹਿੰਦਾ ਵੀ ਮੋਹਾਲੀ ਦੇ ਕਿਸੇ ਪਿੰਡ 'ਚ ਤੁਸੀਂ ਗਲੀ ਤੁਹਾਨੂੰ ਕੱਚੀ ਨਹੀਂ ਮਿਲੂਗੀ। ਤੇ ਜੇ ਇਹਨਾਂ ਸਾਰੇ ਪ੍ਰੋਜੈਕਟਸ ਦਾ ਮੈਂ ਕੁੱਲ ਲਗਾਵਾਂ ਤਾਂ ਤਕਰੀਬਨ ਪੰਜਾਬ ਸਰਕਾਰ ਦਾ 1500 ਕਰੋੜ ਪਲੱਸ ਜੋ ਨਿਵੇਸ਼ ਹੈ ਪਿਛਲੇ 5 ਸਾਲਾਂ 'ਚ ਸਾਡੇ ਮੋਹਾਲੀ ਸ਼ਹਿਰ 'ਚ ਜਾਂ ਮੋਹਾਲੀ ਹਲਕੇ 'ਚ ਆਇਆ। ਜੇਕਰ ਗੱਲ ਕੀਤੀ ਜਾਏ ਤੁਸੀਂ ਜਿੱਦਾਂ ਹਸਪੀਟਲ ਗਨਵਾਏ ਨੇ ਕਿ ਇਹ ਸਭ ਕੁਝ ਤੁਸੀਂ ਅਪਗ੍ਰੇਡ ਕਰਵਾਇਆ, ਬਹੁਤ ਲੋਕ ਇੱਦਾਂ ਦੇ ਨੇ ਜਿਹੜੇ ਨਾ ਭੱਜ ਜਾਂਦੇ ਨੇ ਕਿ ਅਸੀਂ ਪ੍ਰਾਈਵੇਟ ਹਸਪੀਟਲ 'ਚ ਜਾਣਾ ਨਹੀਂ, ਬੜਾ ਮਹਿੰਗਾ ਇਲਾਜ ਮਿਲਦਾ ਹੈ, ਤਾਂ ਸਰਕਾਰੀ ਹਸਪਤਾਲਾਂ ਦੇ ਲਈ ਕੀ ਕੁਝ ਕੀਤਾ ਗਿਆ?
ਸਰਕਾਰੀ ਜੇ ਮੈਂ ਦੱਸਣਾ ਚਾਹੁੰਦਾ ਵੀ ਬਿਲਕੁਲ ਸਿੱਧੂ ਸਾਹਿਬ ਦੀ ਇਹ ਸੋਚ ਸੀ ਕਿ ਸਰਕਾਰੀ ਹਸਪਤਾਲਾਂ ਦਾ ਜਿਹੜਾ ਇਲਾਜ ਹੈ ਅਸੀਂ ਉਹਨੂੰ ਵਧੀਆ ਬਣਾਈਏ। ਜੇ ਤੁਸੀਂ ਜਾ ਕੇ ਦੇਖੋ ਕਾਫੀ 37 ਤਾਂ ਐਜ਼ ਹੈਲਥ ਮਿਨਿਸਟਰ ਉਹਨਾਂ ਨੇ ਪੂਰੇ ਪੰਜਾਬ ਵਿੱਚ ਜੱਚਾ ਬੱਚਾ ਹਸਪੀਟਲ ਜਿਹਨੂੰ ਮਾਈ ਦੌਲਤਾਂ ਦੇ ਨਾਮ ਤੋਂ ਜਿਹੜਾ ਮਦਰ ਚਾਈਲਡ ਵਾਰਡ ਬਣਾਏ ਨੇ। ਤੇ ਅਦਰ ਦੈਨ ਦੈਟ ਬਿਲਕੁਲ ਜਿਹੜੀ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਹਸਪੀਟਲਸ ਦੀਆਂ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਮਤਲਬ ਬੈਟਰ ਉਮੀਦ ਸਾਨੂੰ ਇਹੀ ਹੈ ਕਿ ਵੀ ਆਉਣ ਵਾਲੇ ਸਮੇਂ 'ਚ ਵੀ ਉਹ ਜਿਹੜੀ ਅਸੀਂ ਇੰਪਰੂਵਮੈਂਟ ਕੀਤੀ ਆ ਉਹ ਲੰਬੇ ਸਮੇਂ 'ਚ ਰਿਜ਼ਲਟ ਅੱਛਾ ਦੇਗੀ। ਤੇ ਜੋ ਦੇਖੋ ਜਿਹੜੀ ਹੈਲਥ ਹੈ ਉਹ ਸਭ ਤੋਂ ਦੋ ਚੀਜ਼ਾਂ ਸਭ ਤੋਂ ਇੰਪੋਰਟੈਂਟ ਹੁੰਦੀਆਂ ਹੈਲਥ ਤੇ ਐਜੂਕੇਸ਼ਨ। ਤੇ ਦੋਨੇ ਚੀਜ਼ਾਂ ਤੇ ਸਿੱਧੂ ਸਾਹਿਬ ਦਾ ਪਹਿਲਾਂ ਵੀ ਇਹੀ ਮੰਤਵ ਸੀਗਾ ਕਿ ਮੈਂ ਆਪਣੇ ਇਲਾਕੇ 'ਚ ਬੈਟਰ ਹੈਲਥ ਤੇ ਬੈਟਰ ਐਜੂਕੇਸ਼ਨ ਫੈਸਿਲਿਟੀਜ਼ ਦੇਵਾਂ। ਤੇ ਅੱਗੇ ਵੀ ਅਸੀਂ ਇਹੀ ਕਹਿੰਦੇ ਆ ਕਿ ਜਿਹੜਾ ਜੋ ਕੰਮ ਅਸੀਂ ਕੀਤਾ ਉਸ ਤੋਂ ਬੈਟਰ ਅਸੀਂ ਹੈਲਥ ਐਜੂਕੇਸ਼ਨ ਦਾ ਅੱਗੇ ਹੋਰ ਬੈਟਰ ਕਰਨਾ ਚਾਹੁੰਦੇ ਆ। ਚਾਹੇ ਉਹ ਕਾਲਜਸ ਲੈ ਕੇ ਆਉਣ ਦੀ ਗੱਲ ਹੋਵੇ, ਚਾਹੇ ਹੋਰ ਕੋਈ ਹਸਪੀਟਲਸ ਲਿਆਉਣ ਦੀ ਗੱਲ ਹੋਵੇ। ਤੁਸੀਂ ਗੱਲ ਕੀਤੀ ਹੈ ਪ੍ਰਾਈਵੇਟ ਹਸਪੀਟਲਸ ਦੀ ਜਾਂ ਮੈਂ ਦੱਸਣਾ ਚਾਹੁੰਦਾ ਕਿ ਵੀ ਜੇ ਸਰਬੱਤ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ 'ਚ ਜਦੋਂ ਲਾਗੂ ਹੋਈ ਸੀ ਉਹ ਸਿਰਫ 14 ਲੱਖ ਪਰਿਵਾਰ ਵਾਸਤੇ ਆਯੁਸ਼ਮਾਨ ਭਾਰਤ ਆਈ ਸੀ। ਤੇ ਪਰ ਇਹ ਉਦੋਂ ਸਿੱਧੂ ਸਾਹਿਬ ਦੇ ਹੁੰਦੇ ਹੋਏ ਹੈਲਥ ਮਿਨਿਸਟਰ ਹੁੰਦੇ ਹੋਏ ਇਹਨਾਂ ਨੂੰ 44 ਲੱਖ ਪਰਿਵਾਰਾਂ ਤੇ ਲਿਜਾਇਆ ਗਿਆ। ਤੇ ਅੱਜ ਜਿਹੜੀ ਉਹ ਸਰਬੱਤ ਸਿਹਤ ਬੀਮਾ ਯੋਜਨਾ ਯੂਨੀਵਰਸਲ ਹੋ ਚੁੱਕੀ ਹੈ, ਉਹ ਸਾਰਿਆਂ ਵਾਸਤੇ ਹੋ ਚੁੱਕੀ ਹੈ। ਸੋ ਕਾਫੀ ਸਾਰੇ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਉਹਦੇ ਤੇ ਇੰਪੈਨਲਡ ਨੇ। ਤੇ ਜੇ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਿਆ ਹੋਵੇ ਤਾਂ ਕਾਫੀ ਹਸਪਤਾਲ 'ਚ ਇਲਾਜ ਫ੍ਰੀ ਵੀ ਹੁੰਦਾ। ਬਹੁਤ ਸਾਰੇ ਲੋਕ ਜਿਹੜੇ ਇਹ ਗੱਲ ਕਹਿੰਦੇ ਆ ਕਿ ਇੱਥੇ ਪੰਜਾਬ ਦੇ ਵਿੱਚ ਬੜਾ ਮਹਿੰਗਾ ਇਲਾਜ ਹੈ, ਅਸੀਂ ਦਿੱਲੀ ਜਾ ਕੇ ਇਲਾਜ ਕਰਵਾਉਣਾ ਹੈ। ਜਦੋਂ ਦਿੱਲੀ ਕੁਝ ਜਾਂਦੇ ਵੀ ਨੇ, ਦਿੱਲੀ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਿੰਦੇ ਆ, ਅਸੀਂ ਤਾਂ ਮੁਫਤ 'ਚ ਇਲਾਜ ਕਰਵਾਉਣੇ ਆ। ਹੁਣ ਸਾਡੀ ਜੇ ਸਰਕਾਰ ਬਣਾਉਣ ਦਾ ਮੌਕਾ ਦਿਓਗੇ ਤਾਂ ਸਭ ਤੋਂ ਪਹਿਲਾਂ ਅਸੀਂ ਧਿਆਨ ਵੀ ਇੱਥੇ ਦੇਵਾਂਗੇ, ਦਿੱਲੀ ਮਾਡਲ ਲਾਗੂ ਕਰਾਂਗੇ। ਨੋ ਡਾਊਟ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਵਿਡ ਮਹਾਮਾਰੀ ਸਾਨੂੰ ਯਾਦ ਹੈ ਕਿ ਦਿੱਲੀ ਤੋਂ ਲੋਕ ਪੰਜਾਬ ਦੇ ਵਿੱਚ ਆ ਕੇ ਇਲਾਜ ਕਰਵਾਇਆ ਸੀਗਾ। ਬਿਲਕੁਲ, ਬੜਾ ਵਧੀਆ ਸਵਾਲ ਤੁਸੀਂ ਕੀਤਾ ਹੈ। ਤੇ ਮੈਂ ਇਹ ਕਹਿਣਾ ਹੈ ਕਿ ਕੇਜਰੀਵਾਲ ਸਾਹਿਬ ਦੀ ਥੋੜ੍ਹੇ ਦਿਨ ਪਹਿਲਾਂ ਤਾਂ ਇੱਕ ਮੁਹੱਲਾ ਕਲੀਨਿਕ ਦੀ ਵੀਡੀਓ ਆਈ ਸੀ ਕਿ ਉੱਥੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ, ਬਿਲਕੁਲ ਖੰਡਰ ਹੋਇਆ ਪਿਆ। ਤੇ ਜਿਹੜੇ ਹੈਲਥ ਮਾਡਲ ਦੀ ਗੱਲ ਕੇਜਰੀਵਾਲ ਸਾਹਿਬ ਕਰਦੇ ਆ ਉਹ ਹੈਲਥ ਮਾਡਲ ਕੋਵਿਡ ਦੇ ਦੌਰਾਨ ਬਹੁਤ ਬੁਰੀ ਤਰ੍ਹਾਂ ਪਿਟ ਗਿਆ, ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ ਕਿ ਉਹ ਸਿਰਫ ਜੋ ਪੈਸਾ ਉਹ ਹੈਲਥ ਤੇ ਨਹੀਂ ਸੀ ਲੱਗਿਆ, ਉਸ ਦੀ ਐਡ ਤੇ ਲੱਗਿਆ ਸੀ। ਅਸੀਂ ਦੇਖਿਆ ਘੱਟੋ ਘੱਟ 5000 ਮਰੀਜ਼ ਦਾ ਜੋ ਇਲਾਜ ਹੈ ਉਹ ਪੰਜਾਬ ਸਰਕਾਰ ਨੇ ਕਰਵਾਇਆ। ਸਿੱਧੂ ਸਾਹਿਬ ਸਿਹਤ ਮੰਤਰੀ ਸੀ। 5000 ਦੇ ਕਰੀਬ ਜਿਹੜਾ ਮਰੀਜ਼ ਹੈ ਉਹ ਪੰਜਾਬ 'ਚ ਆਇਆ। ਤੇ ਜੇ ਉਹਨਾਂ ਦੀ ਡੈਥ ਵੀ ਪੰਜਾਬ 'ਚ ਹੋਈ ਤਾਂ ਅਸੀਂ ਉਹਨਾਂ ਨੂੰ ਪੰਜਾਬ ਦੇ ਆંકੜਿਆਂ 'ਚ ਐਡ ਕੀਤਾ। ਸੋ ਜੇ ਕੇਜਰੀਵਾਲ ਸਾਹਿਬ ਗੱਲ ਕਰਦੇ ਆ ਦਿੱਲੀ ਦੀ, ਕਿੱਥੇ ਗਿਆ ਸੀ ਦਿੱਲੀ ਮਾਡਲ ਜਦੋਂ ਆਕਸੀਜਨ ਤੋਂ ਬਿਨਾਂ ਅਸੀਂ ਦੇਖਿਆ ਵੀ ਇੱਕ ਬੈੱਡ ਤੇ 3-3 ਪੇਸ਼ੈਂਟ ਪਏ ਸੀਗੇ? ਜਾਂ ਕਿੱਥੇ ਗਿਆ ਉਹ ਦਿੱਲੀ ਮਾਡਲ ਆਕਸੀਜਨ ਤੋਂ ਬਿਨਾਂ ਲੋਕ ਮਰ ਗਏ? ਪੰਜਾਬ 'ਚ ਇੱਕ ਵੀ ਡੈਥ ਆਕਸੀਜਨ ਤੋਂ ਬਿਨਾਂ ਐ ਨਹੀਂ ਹੋਈ ਕਿ ਆਕਸੀਜਨ ਕਰਕੇ ਡੈਥ ਹੋ ਗਈ ਹੋਵੇ। ਜਾਂ ਫਿਰ ਕੇਜਰੀਵਾਲ ਸਾਹਿਬ ਦੇ ਅਸੀਂ ਦੇਖਿਆ ਕਿ ਕੀ ਇੰਤਜ਼ਾਮ ਸੀਗਾ ਕੋਵਿਡ ਦਾ। ਪੰਜਾਬ ਸਰਕਾਰ ਨੇ ਲੋਕਾਂ ਦੇ ਸੰਸਕਾਰ ਵੀ ਕੀਤੇ, ਭੋਗ ਵੀ ਪਾਏ। ਕਾਫੀ ਕੇਸਿਸ ਐਸੇ ਸੀਗੇ ਜਿਹਦੇ ਵਿੱਚ ਸਭ ਤੋਂ ਪਹਿਲੀ ਮੌਤ ਜਿਹੜੀ ਰੋਪੜ ਜ਼ਿਲ੍ਹੇ 'ਚ ਹੋਈ ਤਾਂ ਉਹਦਾ ਸੰਸਕਾਰ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਆਪ ਜਾ ਕੇ ਉੱਥੇ ਕੋਵਿਡ ਮਰੀਜ਼ ਦਾ ਸੰਸਕਾਰ ਕਰਾ ਕੇ ਆਏ। ਉਹਦੇ ਮਤਲਬ ਲੋਕ ਹੱਥ ਨਹੀਂ ਸੀ ਲਾਉਂਦੇ ਡੈਡ ਬੋਡੀ ਨੂੰ, ਤੇ ਇਹ ਆਪ ਜਾ ਕੇ ਸੰਸਕਾਰ ਕਰਵਾ ਕੇ ਆਏ। ਅੰਮ੍ਰਿਤਸਰ ਇੱਕ ਡਾਕਟਰ ਸਾਹਿਬ ਦੀ ਡੈਥ ਹੋਈ ਸਾਡੇ ਹੈਲਥ ਦੇ ਸਟਾਫ ਦੀ, ਸਿੱਧੂ ਸਾਹਿਬ ਆਪ ਜਾ ਕੇ ਉਹਦਾ ਸੰਸਕਾਰ ਕਰਵਾ ਕੇ ਆਏ। ਤੇ ਇੱਕ ਵੀ ਤੁਸੀਂ ਦੱਸੋ, ਤੁਸੀਂ ਮੀਡੀਆ ਦੇ ਉਸ 'ਚੋਂ ਹੈਗੇ ਹੋ ਫੀਲਡ 'ਚੋਂ, ਕਿ ਤੁਸੀਂ ਕਿਤੇ ਦੇਖਿਆ ਕਿ ਕਿਸੇ ਦੀ ਲਾਸ਼ ਰੁਲਦੀ ਫਿਰਦੀ ਹੋਵੇ? ਤੁਸੀਂ ਦੇਖਿਆ ਕਿ ਕਿਤੇ ਕਿਸੇ ਨੂੰ ਸੰਸਕਾਰ ਕਰਾਉਣ ਲਈ ਵੇਟਿੰਗ ਹੋਵੇ? ਦਿੱਲੀ 'ਚ ਕੀ ਹਾਲ ਸੀ? ਦਿੱਲੀ 'ਚ ਰਿਸ਼ਵਤ ਦੇ ਕੇ ਲੋਕਾਂ ਨੂੰ ਪਹਿਲਾਂ ਆਪਣਾ ਨੰਬਰ ਲਗਵਾ ਕੇ ਸੰਸਕਾਰ ਕਰਵਾਉਣਾ ਪਿਆ। ਇੱਕ ਬੇਸਿਕ ਇੱਕ ਹਿਊਮਨ ਬੀਇੰਗ ਦੀ ਇਹ ਅਧਿਕਾਰ ਹੈ, ਇੱਕ ਨੈਚੁਰਲ ਰਾਈਟ ਹੈ ਕਿ ਉਹਨੂੰ ਇੱਕ
ਇੱਜ਼ਤ ਨਾਲ ਉਹਨੂੰ ਉਹਦੇ ਜਿਹੜੇ ਲਾਸਟ ਰਾਈਟ ਹੁੰਦੇ ਉਹਨੂੰ ਸੰਸਕਾਰ ਹੈ ਉਹ ਕੀਤਾ ਜਾਵੇ। ਤੇ ਇਸ ਕੇਜਰੀਵਾਲ ਸਰਕਾਰ ਨੇ ਲੋਕਾਂ ਤੋਂ ਉਹ ਰਾਈਟ ਵੀ ਖੋਹ ਲਿਆ। ਸੋ ਕਿੱਥੋਂ ਇਹ ਜਿਹੜੇ ਲੋਕ ਆਪਣੀ ਪੀੜ੍ਹੀ ਥੱਲੇ ਸੋਟਾਂ ਫੇਰਨ ਇਹ ਹੋਰਾਂ ਤੇ ਇਲਜ਼ਾਮ ਲਾਉਣਾ ਜਾਣਦੇ ਨੇ। ਤੇ ਦਿੱਲੀ ਮਾਡਲ ਜਿਹੜਾ ਕਹਿੰਦੇ ਉਹ ਬਿਲਕੁਲ ਇੱਕ ਪਿਟਿਆ ਹੋਇਆ ਫੇਲ ਮਾਡਲ ਹੈ। ਪੰਜਾਬ ਦੇ ਮਾਡਲ ਦੀ ਨਰਿੰਦਰ ਮੋਦੀ ਜੀ ਨੇ ਵੀ ਤਾਰੀਫ ਕੀਤੀ ਕਿ ਪੰਜਾਬ ਦਾ ਹੈਲਥ ਮਾਡਲ ਬੈਸਟ ਮਾਡਲ ਹੈ। ਤਾਂ ਇਹ ਕੇਜਰੀਵਾਲ ਸਾਹਿਬ ਅੱਜ ਚੋਣਾਂ ਨੇ ਤਾਂ ਆ ਕੇ ਉਰੇ ਐਲਾਨ ਕਰਨ ਲੱਗ ਗਏ ਜਾਂ ਦਾਅਵੇ ਕਰਨ ਲੱਗ ਗਏ, ਉਸ ਵੇਲੇ ਕਿੱਥੇ ਗਏ ਸੀ ਇਹ ਲੋਕ? ਇਸ ਵਾਰ ਜਿਹੜਾ ਮੁਕਾਬਲਾ 5 ਕੋਣਾ ਆ ਹਨਾ, 3 ਕੋਣਾ ਵੀ ਨਹੀਂ, ਪਹਿਲਾਂ 3 ਪਾਰਟੀਆਂ ਸੀ, ਹੁਣ 5 ਕੋਣਾ ਹੋ ਗਿਆ, 5 ਪਾਰਟੀਆਂ ਉਤਰੀਆਂ ਹੋਈਆਂ ਨੇ। ਔਰ ਕਿਸ ਤਰੀਕੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਨਾ ਚਿਹਰਿਆਂ ਤੇ ਜਿਹੜਾ ਬਾਲਾ ਦਾਗ ਖੇਡਿਆ ਜਾ ਰਿਹਾ, ਤਾਂ ਸਿਹਤ ਸਹੂਲਤਾਂ ਦੀ ਕੋਈ ਗੱਲ ਨਹੀਂ ਕਰਦਾ, ਕੋਈ ਮੁੱਦੇ ਮੈਨੂੰ ਲੱਗਦਾ ਕਿ ਬਹੁਤ ਪਿੱਛੇ ਰਹਿ ਗਏ। ਲੋਕ ਵੀ ਇਹ ਕਹਿੰਦੇ ਆ ਕਿ ਨਾ ਤਾਂ ਕੋਈ ਸਿਹਤ ਸਹੂਲਤ ਦੀ ਗੱਲ ਕਰਦਾ, ਨਾ ਕੋਈ ਐਜੂਕੇਸ਼ਨ ਦੀ ਗੱਲ ਕਰ ਰਿਹਾ। ਮੁੱਦਿਆਂ ਤੇ ਸਰਕਾਰ ਨਹੀਂ ਲੜ ਰਹੀ, ਸਿਰਫ ਇਹ ਇੱਕ ਦੂਜੇ ਤੇ ਜਿਹੜੀ ਹੈ ਸ਼ਬਦੀ ਜੰਗ ਇਸ ਵੇਲੇ ਤੇਜ਼ ਹੋਈ ਕਿ ਮੈਂ ਜਿੱਤ ਕੇ ਦਿਖਾਉਣਾ ਇਹ ਤੋਂ। ਦੇਖੋ ਮੈਂ ਦੱਸਣਾ ਚਾਹੁੰਦਾ ਕਿ ਬਿਲਕੁਲ ਇਹ ਜਿਹੜੇ ਪਾਰਟੀਆਂ ਨੇ ਦੂਸ਼ਣਬਾਜ਼ੀ 'ਚ ਜ਼ਿਆਦਾ ਪੈ ਗਈਆਂ। ਹੁਣ ਮੈਮ ਜੇ ਆਪਣੇ ਮੋਹਾਲੀ ਦੀ ਗੱਲ ਕਰਾਂ, ਸਾਡੇ ਇੱਥੋਂ ਜਿਹੜੇ ਆਪ ਦੇ ਕੈਂਡੀਡੇਟ ਨੇ ਉਹ ਇਹ ਗੱਲ ਨਹੀਂ ਕਰਦੇ ਕਿ ਮੈਂ ਮੋਹਾਲੀ ਵਾਸਤੇ ਕੀ ਕਰਨਾ ਜਾਂ ਮੈਂ ਮੋਹਾਲੀ ਵਾਸਤੇ ਮੇਅਰ ਹੁੰਦਿਆਂ ਕੀ ਕਰਿਆ। ਉਹਨਾਂ ਦਾ ਸਾਰਾ ਜ਼ੋਰ ਇਹ ਹੈ ਕਿ ਕਾਂਗਰਸ ਦੇ ਕੈਂਡੀਡੇਟ 'ਤੇ ਕੀ ਦੂਸ਼ਣਬਾਜ਼ੀ ਕਰੀ ਜਾਵੇ, ਕੀ ਇਲਜ਼ਾਮ ਹੈ ਜਿਹੜਾ ਮੈਂ ਲਾ ਦੇਵਾਂ। ਠੀਕ ਹੈ ਜੀ, ਇਹ ਇਸ ਸਿਆਸਤ 'ਚ ਨਹੀਂ ਜੇ ਬਿਲਕੁਲ ਸਾਨੂੰ ਅੱਜ ਦੀ ਡੇਟ 'ਚ ਇਹ ਗੱਲ ਕਰਨ ਦੀ ਲੋੜ ਹੈ ਕਿ ਵੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਕਿਵੇਂ ਦਵਾਈਆਂ ਜਾਣ ਜਾਂ ਬੈਟਰ ਐਜੂਕੇਸ਼ਨ ਕਿਵੇਂ ਦਿੱਤੀ ਜਾ ਸਕੇ। ਮੋਹਾਲੀ 'ਚ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਹਮੇਸ਼ਾ ਲੋਕਾਂ ਕੋਲ ਇਹੀ ਗੱਲ ਲੈ ਕੇ ਜਾਂਦੇ ਹਾਂ ਕਿ ਜੋ ਸਿਹਤ ਸਹੂਲਤਾਂ ਵਾਸਤੇ ਅਸੀਂ ਕੀਤਾ ਤੇ ਇਸ ਤੋਂ ਵੱਧ ਅਸੀਂ ਕਰਨਾ ਚਾਹੁੰਦੇ ਹਾਂ। ਇੱਕ ਲੋਕ ਹੁੰਦੇ ਆ ਕਿ ਉਹ ਕਹਿੰਦੇ ਵੀ ਅਸੀਂ ਇਹ ਕਰਾਂਗੇ, ਅਸੀਂ ਕਰਕੇ ਫਿਰ ਲੋਕਾਂ ਦੀ ਕਚਹਿਰੀ 'ਚ ਖੜੇ ਆ। ਤੇ ਜਿੱਥੋਂ ਤੱਕ ਐਜੂਕੇਸ਼ਨ ਦੀ ਗੱਲ ਹੈ, ਬਿਲਕੁਲ ਸਿੱਧੂ ਸਾਹਿਬ ਇਸ ਗੱਲ ਤੇ ਪਹਿਲਾਂ ਵੀ ਬਿਲਕੁਲ ਸੀਰੀਅਸਲੀ ਇਸ ਗੱਲ ਨੂੰ ਪਰਸੂ ਕੀਤਾ ਤੇ ਅੱਜ ਵੀ ਅਸੀਂ ਇਹ ਗੱਲ ਨੂੰ ਪਰਸੂ ਕਰਦੇ ਹਾਂ ਕਿ ਮੋਹਾਲੀ 'ਚ ਹੋਰ ਜ਼ਿਆਦਾ ਬੈਟਰ ਐਜੂਕੇਸ਼ਨ ਫੈਸਿਲਿਟੀਜ਼ ਆਉਣ ਦੀ ਲੋੜ ਹੈ। ਜੋ ਅਸੀਂ ਲਿਆ ਕੇ ਰਵਾਂਗੇ, ਸਿਰਫ ਲੋਕਾਂ ਦਾ ਜੋ ਆਸ਼ੀਰਵਾਦ ਹੈ ਉਹ ਸਾਨੂੰ ਚਾਹੀਦਾ, ਪਹਿਲਾਂ ਵੀ ਦਿੱਤਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਲੋਕ ਜੋ ਸਿੱਧੂ ਸਾਹਿਬ ਦੇ ਕੰਮ ਦੇ ਉੱਤੇ ਮੋਹਰ ਲਾਉਣਗੇ। ਸਿੱਧੂ ਸਾਹਿਬ ਗੱਲ ਕਰੀਏ ਤਾਂ ਬਸ ਕੋਲ 6 ਆਪਸ਼ਨ ਸੀ ਜਿਹੜੀਆਂ ਲਗਾਤਾਰ ਲੋਕਾਂ ਦੇ ਵਿੱਚ ਗਈਆਂ, ਤਾਂ ਹੁਣ ਤੱਕ ਦਾ ਰਿਪੋਰਟ ਕਾਰਡ ਕੀ ਕਿਹੜੀਆਂ ਸਿਹਤ ਸਹੂਲਤਾਂ ਲੋਕਾਂ ਕੋਲ ਗਈਆਂ, ਤਾਂ ਕਿੰਨਾ ਜਿੱਤੇ ਖਰਚਾ ਵੀ ਹੋਇਆ? ਹੁਣ ਤੱਕ ਦੀ ਜੇ ਮੈਂ ਗੱਲ ਕਰਾਂ ਜੀ, ਕੱਲੀਆਂ ਸਿਹਤ ਸਹੂਲਤਾਂ ਨੇ, ਜੋ ਸਰਕਾਰ ਦੀਆਂ ਜੋ ਵੀ ਸਹੂਲਤਾਂ ਸੀ ਅਸੀਂ ਸਾਰਿਆਂ ਦੇ ਜੋ ਫਾਰਮ ਭਰੇ ਹੈ, ਕੈਂਪ ਲਗਾਏ ਹੈ। ਜੇ ਮੈਂ ਗੱਲ ਕਰਾਂ ਜੀ ਜੇ ਸਮਾਰਟ ਕਾਰਡਸ ਦੀ, ਤਾਂ ਇਹ ਸਾਡੀ ਇਸ ਟੀਮ ਨੇ, ਇਹ ਬੱਸ ਨੇ ਜਾ ਕੇ 22,000 ਸਮਾਰਟ ਕਾਰਡ ਦੇ ਜੋ ਫਾਰਮ ਹੈ ਉਹ ਭਰੇ ਨੇ। ਜੇ ਗੱਲ ਕਰੀਏ ਕਿਸੇ ਵੀ ਤਰ੍ਹਾਂ ਜੋ ਪੈਨਸ਼ਨਸ ਨੇ, ਤਾਂ 6 ਜਾਂ 7,000 ਤੋਂ ਵੱਧ ਅਸੀਂ ਜੋ ਪੈਨਸ਼ਨਸ ਹੈ ਉਹ ਲੋਕਾਂ ਦੀਆਂ ਜੋ ਫਾਰਮ ਭਰ ਕੇ ਲਗਵਾਈਆਂ ਨੇ। ਲੇਬਰ ਕਾਰਡਸ ਦੀ ਗੱਲ ਕਰੀਏ ਤਾਂ ਤਕਰੀਬਨ 7,000 ਦੇ ਕਰੀਬ ਪਰਿਵਾਰਾਂ ਦੇ ਜੋ ਲੇਬਰ ਕਾਰਡ ਬਣੇ ਸੀ। ਤੇ ਜਿਹੜੀਆਂ ਲੇਬਰ ਦੀਆਂ ਜੋ ਵੀ ਸਹੂਲਤਾਂ ਸੀ, ਬੜੇ ਮੈਨੂੰ ਖੁਸ਼ੀ ਨਾਲ ਮੈਂ ਦੱਸਦਾ ਕਿ 3 ਕਰੋੜ 96 ਲੱਖ ਦੇ ਜੋ ਬੈਨੀਫਿਟਸ ਸੀਗੇ ਉਹ ਲੋਕਾਂ ਨੇ ਲੇਬਰ ਕਾਰਡ ਤੋਂ ਲਏ। ਹਾਲਾਂਕਿ ਪਿਛਲੀ ਸਰਕਾਰ 'ਚ ਸਿਰਫ 5 ਸਾਲ 'ਚ 25 ਲੱਖ ਦੇ ਬੈਨੀਫਿਟਸ ਲਏ ਸੀ। ਸੋ ਉਸ ਤੋਂ ਬਾਅਦ ਰਾਸ਼ਨ ਮੈਂ ਤੁਹਾਨੂੰ ਦੱਸਿਆ ਤੇ ਮਤਲਬ ਸਾਡੀ ਬੱਸ ਦੀ ਜੋ ਪਰਫਾਰਮੈਂਸ ਹੈ ਉਹ ਬਹੁਤ ਵਧੀਆ ਰਹੀ ਹੈ, ਲੋਕਾਂ ਦਾ ਬੜਾ ਅੱਛਾ ਰਿਸਪੌਂਸ ਸੀਗਾ। ਤੇ ਆਉਣ ਵਾਲੇ ਟਾਈਮ 'ਚ ਵੀ ਇਹ ਜੋ ਸਰਵਿਸ ਹੈ ਇਹ ਚੱਲਦੀ ਰਹੇਗੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਬੈਨੀਫਿਟ ਦਵਾਵਾਂਗੇ। ਹੁਣ ਤਾਂ ਬੱਸ ਚੋਣ ਜ਼ਾਬਤ ਕਰਕੇ ਬੰਦ ਹੈ, ਜਦੋਂ ਪਹਿਲਾਂ ਚੱਲਦੀ ਹੁੰਦੀ ਸੀ ਕਿੱਥੇ ਕਿਹੜੇ ਪਿੰਡਾਂ 'ਚ ਤੁਸੀਂ ਜਾਂਦੇ ਸੀ? ਪੰਜਾਬ ਵਾਲੀ ਸਾਈਡ, ਬਾਕੀ ਜ਼ਿਲ੍ਹਿਆਂ 'ਚ ਜਾਂਦੇ ਸੀ ਜਾਂ ਮੋਹਾਲੀ ਵਾਲੇ ਸਾਈਡ ਜਿਹਨੇ ਪਿੰਡ ਨੇ ਉਹ ਸਾਰੇ ਕਵਰ ਕਰਦੀ ਸੀ ਬੱਸ? ਇਹ ਬੱਸ ਐਕਸਕਲੂਸਿਵਲੀ ਮੋਹਾਲੀ ਵਾਸੀਆਂ ਵਾਸਤੇ ਸੀ। ਮੋਹਾਲੀ ਦੇ ਪਿੰਡਾਂ 'ਚ ਵੀ ਗਈ ਹੈ। ਸਾਰੇ ਪਿੰਡਾਂ 'ਚ ਅਸੀਂ ਤਕਰੀਬਨ ਹਰ ਪਿੰਡ 'ਚ 3 ਤੋਂ 4 ਕੈਂਪ ਘੱਟੋ ਘੱਟ ਲਗਾਏ ਹੈ। ਸਾਡੇ ਪੰਡਿਤ ਜੀ ਚਮਨ ਲਾਲ ਜੀ ਨਾਲ ਬੈਠੇ ਨੇ ਤੇ ਇਹ ਆਪ ਜਾ ਕੇ ਪਿੰਡਾਂ 'ਚ ਹੋਕਾ ਦੇ ਕੇ ਘਰੋਂ ਘਰੀ ਲੋਕਾਂ ਨੂੰ ਲੈ ਕੇ ਆਉਂਦੇ ਸੀ ਕਿ ਵੀ ਬੱਸ ਆਈ ਹੈ ਤੇ ਤੁਸੀਂ ਇਸ ਬੱਸ ਦਾ ਲਾਹਾ ਲਓ। ਅਸੀਂ ਕੋਈ ਪਿੰਡ, ਕੋਈ ਸ਼ਹਿਰ ਦਾ ਏਰੀਆ ਅਸੀਂ ਐਸਾ ਨਹੀਂ ਹੈ ਜਿੱਥੇ ਅਸੀਂ 2 ਤੋਂ 3 ਕੈਂਪ ਨਾ ਲਾਏ ਹੋਣ, ਸ਼ਾਇਦ ਵੱਧ ਹੀ ਲਾਏ ਹੋਣਗੇ। ਤੇ ਬਿਲਕੁਲ ਇਹ ਹੁਣ ਤਾਂ ਚਲੋ ਚੋਣ ਜ਼ਾਬਤੇ ਕਰਕੇ ਬੱਸ ਖੜੀ ਹੈ ਤੇ ਪਰ ਪਹਿਲਾਂ ਵੀ ਤੇ ਅੱਗੇ ਵੀ ਜਿਸ ਦਿਨ ਚੋਣ ਜ਼ਾਬਤਾ
ਖੁੱਲੂਗਾ ਅਸੀਂ ਪਹਿਲੇ ਦਿਨੋਂ ਇਸ ਬੱਸ ਨੂੰ ਫਿਰ ਚਲਾਵਾਂਗੇ, ਕਿਉਂਕਿ ਸਰਕਾਰ ਜੋ ਮਰਜ਼ੀ ਹੋਵੇ ਪਰ ਲੋਕਾਂ ਨੂੰ ਜੋ ਸਰਕਾਰ ਦੀਆਂ ਸਹੂਲਤਾਂ ਨੇ ਉਹ ਮਿਲਣੀਆਂ ਰੁਕਣੀਆਂ ਨਹੀਂ ਚਾਹੀਦੀਆਂ। ਹੁਣ ਫਾਦਰ ਸਾਹਿਬ ਉਤਰੇ ਹੋਏ ਨੇ, ਤਾਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਮੌਕਾ ਆਏਗਾ ਦੁਬਾਰਾ ਹਿੱਸੇ ਦੇ ਵਿੱਚ ਤਾਂ ਲੋਕ ਕੀ ਸੋਚ ਕੇ ਵੋਟ ਪਾਉਣ? ਦੂਜੇ ਪਾਸੇ ਅਕਾਲੀ ਦਲ ਵੀ ਹੈ, ਆਮ ਆਦਮੀ ਪਾਰਟੀ ਵੀ ਹੈ, ਤੇ ਤੁਸੀਂ ਵੀ ਪੁਰਾਣੇ ਹੰਡੇ ਵਰਤੇ ਨੇ ਸਿਆਸਤ ਵਿੱਚ ਫਾਦਰ ਸਾਹਿਬ ਦੇ। ਦੇਖੋ, ਮੈਂ ਤਾਂ ਲੋਕਾਂ ਨੂੰ ਇੱਕੋ ਅਪੀਲ ਕਰਦਾ ਕਿ ਸਵਾਲ ਕਰੋ। ਜਿਵੇਂ ਮੈਂ ਪਹਿਲਾਂ ਕਿਹਾ, ਅਸੀਂ ਆਪਣਾ ਕੰਮ ਲੈ ਕੇ ਲੋਕਾਂ ਦੀ ਕਚਹਿਰੀ 'ਚ ਉਤਰੇ ਹਾਂ ਅਤੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਕੰਮ 'ਤੇ ਸਾਨੂੰ ਵੋਟ ਪਾਓ। ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਤਾਂ ਸਾਨੂੰ ਜ਼ਰੂਰ ਵੋਟ ਪਾਓ। ਜੇ ਸਾਡਾ, ਜੇ ਮੈਂ ਤੁਹਾਨੂੰ ਹੁਣ ਮੇਰੇ ਕੋਲ ਹੈ ਨਹੀਂ, ਮੈਂ ਮੈਨੀਫੈਸਟੋ ਜਿਹੜਾ ਰਿਪੋਰਟ ਕਾਰਡ ਮੈਂ ਕਹੂੰਗਾ, ਅਸੀਂ ਡੋਰ ਟੂ ਡੋਰ ਕੋਈ ਪੈਂਫਲੇਟ ਨਹੀਂ ਲੈ ਕੇ ਜਾਂਦੇ, ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਂਦੇ ਹਾਂ। ਉਹ ਇੱਕ ਬੁੱਕਲੈਟ ਹੈ, ਉਹ ਅਸੀਂ ਲੋਕਾਂ ਕੋਲ ਦੇ ਕੇ ਆਉਂਦੇ ਕਿ ਆਹ ਅਸੀਂ ਕੰਮ ਕੀਤੇ ਆ ਸ਼ਹਿਰ ਵਾਸਤੇ ਅਤੇ ਤੁਸੀਂ ਸਾਨੂੰ ਸਾਡੇ ਕੰਮ 'ਤੇ ਵੋਟ ਪਾਓ। ਅਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਪਹਿਲਾਂ ਨਾਲੋਂ ਵੱਡੇ ਮਾਰਜਨ ਨਾਲ ਮੋਹਾਲੀ 'ਚ ਵੀ ਅਤੇ ਪੰਜਾਬ 'ਚ ਵੀ ਕਾਂਗਰਸ ਪਾਰਟੀ ਜਿੱਤੂਗੀ ਅਤੇ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ। ਇੱਕ ਸਵਾਲ ਹੋਰ ਲੈ ਲੈਣੇ, ਕੈਪਟਨ ਸਾਹਿਬ ਦੇ ਬਹੁਤ ਕਰੀਬੀ ਰਿਹਾ ਪਰਿਵਾਰ ਸਾਰਾ, ਤੇ ਉਹਨਾਂ ਦਾ ਭਵਿੱਖ ਕੀ ਦੇਖਦੇ ਹੋ? ਦੇਖੋ, ਕੈਪਟਨ ਸਾਹਿਬ ਬੜੇ ਸੁਲਝੇ ਹੋਏ, ਬੜੇ ਸੀਨੀਅਰ ਸਿਆਸਤਦਾਨ ਨੇ, ਬੜੇ ਇੰਟੈਲੀਜੈਂਟ ਬੰਦੇ ਨੇ, ਪਰ ਜੇ ਗੱਲ ਕਰਾਂ ਮੈਂ ਕਿ ਅਸੀਂ ਸਭ ਤੋਂ ਪਹਿਲਾਂ ਕਾਂਗਰਸਮੈਨ, ਸਾਡਾ ਪਰਿਵਾਰ ਕਾਂਗਰਸੀ ਹੈ। ਜਦੋਂ ਤੱਕ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਲੀਡਰ ਸੀ ਪੰਜਾਬ 'ਚ, ਅਸੀਂ ਉਹਨਾਂ ਦੇ ਨਾਲ ਸੀ, ਪਰ ਸਾਡੇ ਲਈ ਜੇ ਕੋਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਪਾਰਟੀ ਹੈ। ਅਤੇ ਜਿੱਥੋਂ ਤੱਕ ਫਿਊਚਰ ਦੀ ਗੱਲ ਹੈ, ਮੇਰੇ ਹਿਸਾਬ ਨਾਲ, ਮੈਂ ਤਾਂ ਉਹਨਾਂ ਸਾਹਮਣੇ ਬੜਾ ਛੋਟਾ, ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਹੁਣ ਰਿਟਾਇਰਮੈਂਟ ਲੈਣ ਦਾ ਟਾਈਮ ਆ ਗਿਆ ਅਤੇ ਬੜਾ ਉਹਨਾਂ ਦਾ ਸਿਆਸੀ ਸਫ਼ਰ ਰਿਹਾ ਹੈ, ਪਰ ਹੁਣ ਮੈਨੂੰ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ। ਫਿਊਚਰ ਹੈ ਜਿਹੜਾ ਹੁਣ ਪੰਜਾਬ ਦਾ ਫਿਊਚਰ ਕਾਂਗਰਸ ਪਾਰਟੀ ਹੀ ਹੈ, ਅਤੇ ਚਾਹੇ ਲੀਡਰ ਕੋਈ ਵੀ ਹੋਵੇ, ਕਾਂਗਰਸ ਪਾਰਟੀ ਨਾਲ ਹੀ ਪੰਜਾਬ ਦੀ ਤਰੱਕੀ ਹੈ। ਕੀ ਲੱਗਦਾ ਕਿੰਨੀਆਂ ਸੀਟਾਂ ਲੈ ਕੇ ਆਏਗੀ ਕਾਂਗਰਸ ਪਾਰਟੀ? ਪਹਿਲਾਂ ਨਾਲੋਂ ਵੱਧ ਸੀਟਾਂ ਲੈ ਕੇ ਜਾਵਾਂਗੇ। ਜੀ ਬਿਲਕੁਲ। ਜਿਨ੍ਹਾਂ ਨੂੰ ਚਾਚਾ ਚਮਨ ਕਿਹਾ ਜਾਂਦਾ ਸਾਡੇ ਨਾਲ ਮੌਜੂਦ ਨੇ। ਤੁਸੀਂ ਬਹੁਤ ਸਾਰੇ ਪਿੰਡਾਂ 'ਚ ਗਏ ਹੋ, ਬਹੁਤ ਸਾਰੇ ਕੈਂਪ ਲਗਾਏ ਨੇ, ਤਾਂ ਲੋਕਾਂ ਦਾ ਕੀ ਰਿਸਪਾਂਸ ਮਿਲਦਾ ਰਿਹਾ? ਬਹੁਤ ਵਧੀਆ ਰਿਸਪਾਂਸ ਮਿਲਦਾ ਰਿਹਾ ਜੀ। ਮੈਂ ਗੱਲ ਹੋਰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ, ਕਿਉਂਕਿ ਜਦੋਂ ਦੀ ਸਾਡੇ ਮਾਨਯੋਗ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਨੇ ਮਿਨਿਸਟਰੀ ਦਾ ਸੰਭਾਲੀ ਹੈ, ਜਿਹਦੇ ਵਿੱਚ ਲੇਬਰ ਡਿਪਾਰਟਮੈਂਟ ਵੀ ਸੀਗਾ, ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਲੇਬਰ ਕਾਰਡ ਕੀ ਹੁੰਦਾ ਹੈ। ਇਹ ਸੀਗਾ ਬਠਿੰਡੇ ਵਾਲੀ ਸਾਈਡ 5-10-20 ਲੱਖ ਰੁਪਏ ਦੀ ਉੱਥੇ ਉਹ ਮਿਲਦੇ ਸੀਗੇ ਵਜ਼ੀਫੇ ਉਹਨਾਂ ਨੂੰ। ਜਿੱਦਣ ਦੇ ਸਾਡੇ ਮਾਨਯੋਗ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਨੇ ਮਹਿਕਮਾ ਸੰਭਾਲਿਆ, ਫਿਰ ਉਹਨਾਂ ਨੇ ਸਾਡਾ ਇੱਕ ਸੇਵਾ ਦਲ ਗਠਿਤ ਕੀਤਾ, ਜਿਹਦੇ ਲੋਕ ਭਲਾਈ ਉਹ ਬਣਾਇਆ ਸਾਡਾ। ਉਸ ਦੇ ਜ਼ਰੀਏ ਅਸੀਂ ਪਿੰਡ ਜਾ ਕੇ ਹੋਕਾ ਦੇਣਾ, ਜਿਤਨੀ ਵੀ ਪੰਜਾਬ ਸਰਕਾਰ ਦੀਆਂ ਸਕੀਮਾਂ ਸੀਗੀਆਂ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਨ ਪੈਨਸ਼ਨ, ਆਸ਼ਰਿਤ ਬੱਚਿਆਂ ਦੀ ਪੈਨਸ਼ਨ, ਨੀਲੇ ਰਾਸ਼ਨ ਕਾਰਡ ਅਤੇ ਸਿਹਤ ਬੀਮਾ ਯੋਜਨਾ ਦੇ ਕਾਰਡ, ਅਨੇਕਾਂ ਹੀ ਜਿੰਨੀ ਵੀ ਸਕੀਮਾਂ ਸੀਗੀਆਂ ਅਸੀਂ ਉਹ ਘਰ ਤੱਕ ਪਹੁੰਚਾਈਆਂ। ਲੋਕ ਹੈਰਾਨ ਹੁੰਦੇ ਸੀਗੇ ਵੀ ਇਹ ਸਕੀਮਾਂ ਕਿੱਥੋਂ ਆ ਗਈਆਂ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਕੀਮਾਂ ਸੀਗੀਆਂ ਬੜੀ ਦੇਰ ਦੀਆਂ, ਲੇਕਿਨ ਇਸ ਨੂੰ ਜਿਹੜੀ ਅਕਾਲੀ ਸਰਕਾਰ ਸੀ ਉਹ ਦੱਬ ਕੇ ਰੱਖਦੀ ਸੀਗੀ। ਪਤਾ ਨਹੀਂ ਮੈਂ ਨਹੀਂ ਇਹ ਦੂਰੀ ਤੱਕ ਜਾਂਦਾ, ਲੇਕਿਨ ਸਾਡੇ ਮਾਣਯੋਗ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਇਹ ਜਿਹੜਾ ਉਪਰਾਲਾ ਕੀਤਾ, ਜਦੋਂ ਪਹਿਲੇ ਦਿਨ ਮੈਨੂੰ ਇੱਥੇ ਬੁਲਾਇਆ ਇੱਕ ਮੀਟਿੰਗ 'ਚ 55 ਲੱਖ ਰੁਪਏ ਦੀ ਮੀਟਿੰਗ ਹੋਈ ਜੀ। ਮਾਨਯੋਗ ਕਹਿੰਦੇ ਵੀ ਬਹੁਤ ਵਧੀਆ ਮੀਟਿੰਗ ਹੋਈ, ਵੀ 10 ਲੱਖ ਦੀ ਇੱਕ ਹਲਕੇ 'ਚ 55 ਲੱਖ ਦੀ, ਵੀ ਪੰਡਿਤ ਜੀ ਵੱਧ ਤੇ ਵੱਧ ਇਹਦਾ ਤੁਸੀਂ ਲੋਕਾਂ ਨੂੰ ਇਹਦਾ ਲਾਭ ਪਹੁੰਚਾਓ, ਵੱਧ ਦੇ ਵੱਧ। 1 ਕਰੋੜ 7 ਲੱਖ ਰੁਪਏ ਦੀ ਫਿਰ ਮਾਨਯੋਗ ਬਲਬੀਰ ਸਿੰਘ ਸਿੱਧੂ ਜੀ ਦੇ ਅਨੁਸਾਰ 1 ਕਰੋੜ 7 ਲੱਖ ਦੀ ਫੇਰ ਹੋਈ ਜੀ। ਜਿਹੜੇ ਵਜ਼ੀਫੇ ਵੰਡੇ ਗਏ ਉਹਨਾਂ ਨੂੰ, ਅੱਛੇ ਜਿਹੜੇ ਕੁਛ ਹੁਣ ਕੋਵਿਡ ਮਹਾਮਾਰੀ ਦੇ ਵਿੱਚ 3-3 ਹਜ਼ਾਰ ਰੁਪਈਆ ਉਹਨਾਂ ਨੂੰ ਪਾਇਆ ਗਿਆ, 1500 ਪਾਇਆ ਗਿਆ, ਅਤੇ
ਫਿਰ ਮਾਨਯੋਗ ਸਾਡੇ ਚਰਨਜੀਤ ਸਿੰਘ ਚੰਨੀ ਜੀ ਨੇ ਦੀਵਾਲੀ ਦਾ 3100 ਰੁਪਈਏ ਦਾ ਤੋਹਫਾ ਦਿੱਤਾ। ਯਾਨੀ ਕਿ ਅਗਰ ਜੀ ਇਸ ਦੀ ਜਾਗ੍ਰਿਤੀ ਸਾਡੇ ਮਾਨਯੋਗ ਬਲਵੀਰ ਸਿੰਘ ਸਿੱਧੂ ਜੀ ਨੇ ਲਿਆਂਦੀ ਹੈ, ਤਦੇ ਇਹ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਉਹ ਇਹ ਤਾਂ ਬਹੁਤ ਵਧੀਆ ਸਕੀਮਾਂ ਪੰਜਾਬ ਸਰਕਾਰ ਦੀਆਂ ਜੀ। ਜਦੋਂ ਕੈਂਪ ਲਾਉਣ ਜਾਇਆ ਕਰਦੇ ਸੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਸਹੂਲਤਾਂ ਹੁੰਦੀਆਂ, 6 ਆਪਸ਼ਨ ਤੁਸੀਂ ਲੈ ਕੇ ਜਾਂਦੇ ਸੀ ਲੋਕਾਂ ਦੇ ਕੋਲ, ਤਾਂ ਸਭ ਤੋਂ ਜ਼ਿਆਦਾ ਲੋਕ ਇੰਟਰਸਟਿੰਗ ਕਿਹਦੇ 'ਚ ਹੁੰਦੇ ਕਿ ਇਹ ਚੀਜ਼ ਸਾਡੇ ਕੋਲ ਆ ਜਾਏ? ਮੈਮ ਪਤਾ ਕੀ ਹੈ, ਹਰ ਇੱਕ ਚੀਜ਼ ਦਾ ਲਾਭ ਪਹੁੰਚਾਇਆ ਜੀ ਅਸੀਂ, ਕਿਉਂਕਿ ਅਸੀਂ ਨਾ 7 ਸਾਡੇ ਸਟਾਫ ਦੇ ਜਿਹੜੇ ਕੰਪਿਊਟਰ ਆਪਰੇਟਰ, ਸਾਡੇ ਕੋਲ ਕੰਪਿਊਟਰ 2 ਕੰਪਿਊਟਰ ਇਸ ਟੇਬਲ ਤੇ, ਇੱਕ ਕੰਪਿਊਟਰ ਉਸ ਟੇਬਲ ਤੇ, ਇੱਕ ਫਾਰਮ ਭਰ ਰਿਹਾ ਬੰਦਾ, ਅਸੀਂ 7 ਬੰਦੇ ਇਸ ਗੱਡੀ 'ਚ ਲੈ ਕੇ ਜਾਂਦੇ ਸੀਗੇ। ਉਸ ਦੇ ਨਾਲ ਅਸੀਂ ਨਾਲ ਦੀ ਨਾਲ ਹੀ ਉਹਨਾਂ ਦਾ ਇਹ ਨਹੀਂ ਹੈ ਕਿ ਉਹ ਸਰਕਾਰ ਦੀ ਦਫ਼ਤਰਾਂ 'ਚ ਜਾ ਕੇ ਧੱਕੇ ਖਾਵੇ। ਇਹ ਬੜੀ ਵਧੀਆ ਇਹ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਨੇ ਸਾਡਿਆਂ ਨੇ ਜਿਹੜੀ ਇਹ ਮੁਹਿੰਮ ਚਲਾਈ ਸੀਗੀ, ਇੱਕ ਸਰਾਹਣਯੋਗ ਸਕੀਮ ਸੀਗੀ ਜੀ। ਜਿਹੜੀ ਅਸੀਂ ਅੱਜ ਵੀ ਉਹਨਾਂ ਦੇ ਇੱਕ ਉਹਨਾਂ ਦੀ ਬੜੀ ਪਿਆਰੀ ਗੱਲ ਲੱਗਦੀ ਸੀਗੀ ਜੀ ਮੈਮ, ਉਹਨਾਂ ਨੇ ਇਹ ਸਾਨੂੰ ਹੁਕਮ ਦਿੱਤਾ ਸੀਗਾ ਵੀ ਪੰਡਿਤ ਜੀ ਆਪਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਅਗਰ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਪਾਵਰ ਦਿੱਤੀ ਹੈ ਉਸ ਦਾ ਆਪਾਂ ਨੇ ਦੁਰਉਪਯੋਗ ਨਹੀਂ ਕਰਨਾ। ਅਸੀਂ ਵੀ ਮੈਮ ਚਾਹੇ ਕਾਲੀ ਹੋਵੇ, ਚਾਹੇ ਝਾੜੂ ਵਾਲਾ ਹੋਵੇ, ਚਾਹੇ ਕਾਂਗਰਸੀ ਹੋਵੇ, ਚਾਹੇ ਬੀਜੇਪੀ ਦਾ ਹੋਵੇ, ਕਿਸੇ ਜਾਤ ਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੋ, ਅਸੀਂ ਉਹਦਾ ਕੰਮ ਪਹਿਲ ਦੇ ਆਧਾਰ ਤੇ ਕਰਿਆ, ਪਹਿਲ ਦੇ ਆਧਾਰ ਤੇ। ਫਿਰ ਮੈਡੀਕਲ ਜਿਹੜੇ ਅੰਗਹੀਨ ਸੀਗੇ ਨਾ ਮੈਮ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਸਰਟੀਫਿਕੇਟ ਬਣਦੇ ਆ, ਵੀ ਅਸੀਂ ਹਸਪੀਟਲ ਜਾ ਕੇ ਸਰਟੀਫਿਕੇਟ ਬਣਵਾਈਏ ਤੇ ਅਸੀਂ ਆਪਣਾ ਇਹਦਾ ਪੈਨਸ਼ਨ ਦਾ ਲਾਭ ਲੈ ਲਈਏ। ਮੈਮ ਸਾਨੂੰ ਇਹ ਹੁਕਮ ਹੋਇਆ ਵੀ ਇੱਕ ਜੀਪ ਸਾਨੂੰ ਟੱਚ ਕਰਤੀ ਇਹਨਾਂ ਨੇ, ਵੀ ਉਹ ਜਿਹੜੇ ਅੰਗਹੀਨ ਹੈ ਵਿਚਾਰਿਆਂ ਨੂੰ, ਪੰਡਿਤ ਜੀ ਤੁਸੀਂ ਉੱਥੇ ਸੇਵਾ ਕੇਂਦਰ 'ਚ ਫਾਰਮ ਭਰਵਾ ਕੇ ਉਹਨਾਂ ਨੂੰ 6 ਫੇਸ ਲੈ ਕੇ ਜਾਓ, 6 ਫੇਸ ਜਾ ਕੇ ਉਹਨਾਂ ਨੂੰ ਚੈੱਕ ਕਰਾਓ, ਜਿਨ੍ਹਾਂ ਦੇ 60% 50% ਬਣਦੇ ਹੈ ਉਸ 'ਚ ਡੈਮੇਜ, ਤਾਂ ਉਹ ਕਰਵਾ ਕੇ ਤੁਸੀਂ, ਤੁਹਾਡੀ ਜ਼ਿੰਮੇਵਾਰੀ ਹੈ। ਮੈਮ ਬਹੁਤ ਹਜ਼ਾਰਾਂ ਦੀ ਅੱਜ ਸਾਨੂੰ ਇਹੀ ਲਾਭ ਹੈ, ਅਸੀਂ ਘਰ ਘਰ ਹੁਣ ਡੋਰ ਟੂ ਡੋਰ ਜਾ ਰਹੇ ਹਾਂ। ਸਾਨੂੰ ਕੱਲ੍ਹ ਇੱਕ ਐਸੀ ਲੇਡੀਜ਼ਾਂ ਮਿਲੀਆਂ, ਉਹ ਕਹਿੰਦੇ ਪੰਡਿਤ ਜੀ ਅਸੀਂ ਦੇਖ ਕੰਮ ਕਿੰਨਾ ਹੋਇਆ ਸਾਡੇ ਪਿੰਡ ਦਾ, ਬਹੁਤ ਪਿੰਡ ਦਾ ਕੰਮ ਹੋਇਆ, ਲੇਕਿਨ ਅਸੀਂ ਉਹਦੇ ਰੀਣੀ ਰਹਾਂਗੇ, ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ 3 ਮਹੀਨੇ ਮੈਮ 3 ਮਹੀਨੇ ਰਾਸ਼ਨ, ਫੁੱਲ ਰਾਸ਼ਨ, ਸਾਬਣ ਤੋਂ ਲੈ ਕੇ ਤੇਲ, ਸਰਸੋਂ ਦੇ ਤੇਲ ਤੱਕ ਹਰ ਇੱਕ ਚੀਜ਼ ਸਾਨੂੰ ਕਹਿੰਦਾ, ਕੱਪੜੇ ਧੋਣ ਤੋਂ ਵੀ ਸਾਰਾ ਸਮਾਨ ਦਿੱਤਾ ਕਿ ਅਸੀਂ ਬਾਹਰ ਨਾ ਜਾ ਸਕੇ, ਕਿਉਂਕਿ ਬਾਹਰ ਜਾਣਾ ਤਾਂ ਬਹੁਤ ਔਖੇ ਦੀ ਘੜੀ ਸੀਗੀ। ਫਿਰ ਨੰਬਰ 2 ਪੂਰਾ ਜੋਬਨ ਤੇ ਆ ਗਿਆ, ਆਕਸੀਜਨ ਦੀ ਘਾਟ ਹੋ ਗਈ। ਸਾਡੇ ਕਨਵਰਵੀਰ ਸਿੰਘ ਜੀ ਰੂਬੀ ਜਿਹੜੇ ਨਾਲ ਹੀ ਬੈਠੇ ਹਨ, ਉਹਨਾਂ ਨੇ ਇੱਕ ਸੰਸਥਾ ਬਣਾਈ ਯੂਥ ਦੀ ਸੰਸਥਾ ਬਣਾਈ। ਉਹਨਾਂ ਨੇ ਫਿਰ 1000 ਮੈਮ ਸਿਲੰਡਰ ਦਾ ਅਰੇਂਜਮੈਂਟ ਕਰੇ, ਅੱਜ ਵੀ ਚੱਲ ਰਹੀ ਹੈ, ਮੇਰੇ ਮੋਬਾਈਲ 'ਚ ਨੰਬਰ ਹਰ ਵਕਤ ਤਿਆਰ ਹੈ ਜੀ। ਅਸੀਂ ਆਪਣੀ ਸਟੇਟ, ਆਪਣੇ ਹਲਕੇ ਵਾਸਤੇ 4 ਸਿਲੰਡਰ ਇਸ ਬੱਸ 'ਚ ਰੱਖਦੇ ਸੀਗੇ ਵੀ ਜਦੋਂ ਵੀ ਰੂਬੀ ਭਾਜੀ ਦਾ ਫੋਨ ਆ ਜਾਵੇ ਅਸੀਂ ਉੱਥੇ ਪਹੁੰਚਾਉਣਾ। ਮੈਮ ਮੈਂ ਕਹਿੰਦਾ ਇਸ ਪਰਿਵਾਰ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ ਆਕਸੀਜਨ ਦੇ ਵਿੱਚ। ਅਰੇ ਦਿਨ ਰਾਤ 12 ਵਜੇ ਤੱਕ ਇਹ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ 12 ਵਜੇ ਤੱਕ ਆਪਣੀਆਂ ਡਿਊਟੀਆਂ ਦੇ ਰਹੇ ਹੈ। ਇੱਕ ਦਿਨ 11 ਵਜੇ ਮੈਨੂੰ ਲੋੜ ਪੈ ਗਈ, ਮਹਾਰਾਜ ਹੁਸ਼ਿਆਰਪੁਰ ਤੋਂ 11:30 ਵਜੇ ਉੱਥੋਂ ਚੱਲ ਰਹੇ ਹੈ ਆਪਣੇ ਹਸਪੀਟਲ ਦਾ ਦੌਰਾ ਕਰ। ਬਹੁਤ ਅੱਛਾ ਉਹਨਾਂ ਨੇ ਇਹ, ਅਸੀਂ ਉਸ ਕੰਮ ਤੇ ਆਧਾਰ ਤੇ ਹੀ ਵੋਟ ਮੰਗ ਰਹੇ ਹਾਂ ਵੀ ਅਗਰ ਅਸੀਂ ਕੋਈ ਵਰਕ ਨਹੀਂ ਕਰਿਆ ਤਾਂ ਸਾਨੂੰ ਵੋਟ ਨਾ ਪਾਇਓ। ਅਸੀਂ ਇੱਕ ਸਵਾਲ ਹੋਰ ਮੈਂ ਤੁਹਾਡੇ ਤੋਂ ਲਵਾਂ ਕਿ ਜਿਸ ਤਰੀਕੇ ਨਾਲ ਹਸਪੀਟਲਾਂ 'ਚ ਲੁੱਟ ਖਸੁੱਟ ਬਹੁਤ ਹੁੰਦੀ ਹੈ, ਭ੍ਰਿਸ਼ਟਾਚਾਰ ਬਹੁਤ ਵੱਧ ਗਿਆ, ਇਹਨੂੰ ਕਿਵੇਂ ਨੱਥ ਪਾਈ ਜਾਏ? ਕਿਉਂਕਿ ਸਾਡੇ ਸਾਹਮਣੇ ਅੱਖੀਂ ਲਾਈਵ ਐਗਜ਼ਾਮਪਲਾਂ ਦੇਖੀਆਂ ਗਈਆਂ, ਕੋਈ ਆਉਂਦਾ ਐਕਸੀਡੈਂਟ ਵਾਲਾ ਆਉਂਦਾ, ਕੋਈ ਵੀ ਆਉਂਦਾ ਪੇਸ਼ੈਂਟ, ਤਾਂ ਸਭ ਤੋਂ ਪਹਿਲਾਂ ਡਾਕਟਰ ਕਹਿੰਦਾ ਪੈਸੇ ਜਮ੍ਹਾਂ ਕਰਾਓ, ਇਲਾਜ ਫਿਰ ਸ਼ੁਰੂ ਕਰਾਂਗੇ। ਇਹ ਤੁਸੀਂ ਪ੍ਰਾਈਵੇਟ ਹਸਪੀਟਲਸ ਦਾ ਕਹਿ ਰਹੇ ਹੋ ਜਾਂ ਸਰਕਾਰੀ ਦਾ? ਇਹ ਪ੍ਰਾਈਵੇਟ ਹਸਪੀਟਲ ਦੀ ਐਗਜ਼ਾਮਪਲ ਮੇਰੇ ਅੱਖੀਂ ਦੇਖੀ ਹੋਈ ਐਗਜ਼ਾਮਪਲ। ਦੇਖੋ ਬਿਲਕੁਲ ਜਿਹੜੀ ਪ੍ਰਾਈਵੇਟ ਹਸਪੀਟਲਸ ਦੀ ਗੱਲ ਹੈ, ਜਦੋਂ ਮੈਂ ਕੋਵਿਡ ਦਾ ਵੀ ਦੱਸਾਂ ਤੇ ਕਾਫੀ ਹਸਪੀਟਲਸ ਵਿੱਚ ਇਹ ਪ੍ਰੋਬਲਮ ਆਈ ਸੀ ਕਿ ਓਵਰ ਚਾਰਜਿੰਗ ਜਾਂ ਮਤਲਬ ਬਿੱਲ ਵੱਡੇ ਬਣਾ ਦੇਣੇ, ਤਾਂ ਉਦੋਂ ਵੀ ਸਾਡੀ ਸਰਕਾਰ ਨੇ ਰੇਟਸ ਕੈਪ ਕੀਤੇ ਸੀ
ਤੇ ਬਿਲਕੁਲ ਅੱਜ ਵੀ ਮੇਰੇ ਹਿਸਾਬ ਨਾਲ ਜਿਹੜੀ ਸਾਡੀ ਸਿਹਤ ਬੀਮਾ ਯੋਜਨਾ ਤੇ ਇਹ ਇਸ ਗੱਲ 'ਚ ਬੜੀ ਮਦਦਗਾਰ ਰਹੂਗੀ ਕਿ ਜਿਹੜੇ ਪ੍ਰਾਈਵੇਟ ਹਸਪੀਟਲਸ ਇੰਪੈਨਲਡ ਨੇ, ਤੁਸੀਂ ਉਹਨਾਂ 'ਚ ਜਾਓ ਤਾਂ ਬੀਮਾ ਕਾਰਡ ਦੇ ਕੇ ਤੁਸੀਂ ਫ੍ਰੀ 'ਚ ਇਲਾਜ ਕਰਵਾ ਸਕਦੇ ਹੋ। ਤੇ ਬਾਕੀ ਜਿੱਥੋਂ ਤੱਕ ਹਸਪੀਟਲਸ ਦੀ ਗੱਲ ਹੈ, ਜਿਹੜਾ ਉਹਨਾਂ ਦਾ ਮਿਸਕੰਡਕਟ ਹੈ, ਬਿਲਕੁਲ ਉਹਦੇ ਤੇ ਨੱਥ ਪੈਣੀ ਬੜੀ ਜ਼ਰੂਰੀ ਹੈ। ਤੇ ਪਰਮਾਤਮਾ ਦੀ ਕਿਰਪਾ ਰਹੀ ਹੈ, ਦੁਬਾਰਾ ਸਰਕਾਰ ਬਣਦੀ ਹੈ ਤਾਂ ਇਸ ਚੀਜ਼ ਤੇ ਖਾਸ ਗੌਰ ਦੇ ਕੇ ਕੋਈ ਨਾ ਕੋਈ ਪਾਲਿਸੀ ਜ਼ਰੂਰ ਬਣਾਈ ਜਾਓ। ਸ਼ੋਰ ਹੋ ਸਰਕਾਰ ਫਿਰ ਆਏਗੀ ਵਾਪਸ? ਮੈਨੂੰ ਕੋਈ ਡਾਊਟ ਨਹੀਂ, ਬਿਲਕੁਲ ਆਊਗੀ। ਸੀਐਮ ਚਿਹਰਾ ਕਿਸ ਨੂੰ ਦੇਖਦੇ ਹੋ? ਜਿਸ ਨੂੰ ਲੋਕ ਚੁਣਨਗੇ, ਜਿਸ ਨੂੰ ਸਾਡੇ ਹਾਈ ਕਮਾਂਡ ਚੁਣੂਗੀ। ਤੁਹਾਨੂੰ ਕੀ ਲੱਗਦਾ ਕਿ ਇਹ ਤੁਹਾਨੂੰ ਪਸੰਦ ਹੈ ਕਿ ਆਉਣਾ ਚਾਹੀਦਾ ਹੈ ਕਿ ਯੂਥ ਵੱਲੋਂ, ਕਿ ਨਾਗਰਿਕ ਹੋਣ ਦੇ ਨਾਤੇ, ਕਿ ਯੂਥ ਜੋ ਕੰਮ ਦੇਖਦੇ ਹੋ? ਸਾਡੇ ਕੋਲ ਬੜੇ ਕਾਬਲ ਲੀਡਰ ਨੇ, ਚਾਹੇ ਉਹ ਚੰਨੀ ਸਾਹਿਬ ਹੋਣ, ਚਾਹੇ ਉਹ ਨਵਜੋਤ ਸਿੱਧੂ ਜੀ ਹੋਣ, ਚਾਹੇ ਉਹ ਜਾਖੜ ਸਾਹਿਬ ਹੋਣ, ਜਿਹਨੂੰ ਵੀ ਦਿੱਲੀ ਦੀ ਸਾਡੀ ਜੋ ਹਾਈ ਕਮਾਂਡ ਹੈ ਉਹ ਚੁਣੂਗੀ ਜਾਂ ਜਿਹਦੇ ਤੇ ਲੋਕ ਮੋਹਰ ਲਾਉਣਗੇ ਉਹ ਸਾਡਾ ਸੀਐਮ ਹੋਊਗਾ। ਤੇ ਜੋ ਲੋਕਾਂ ਦਾ ਜੋ ਫਰਮਾਨ ਹੈ ਉਹ ਸਿਰ ਮੱਥੇ। ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰ ਲਈ, ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ। ਸੋ ਇਸ ਨਾਲ ਸਾਡੇ ਨਾਲ ਰੂਬੀ ਸਿੱਧੂ, ਜੋ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਨੇ, ਔਰ ਸਿਹਤ ਸਹੂਲਤਾਂ ਤੇ ਗੱਲ ਹੋਈ ਹੈ ਕਿ ਜਿਸ ਤਰੀਕੇ ਨਾਲ ਅੱਜ ਦੀ ਜਿਹੜੀਆਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਸਿਹਤ ਦੀ ਔਰ ਦੂਸਰੀ ਐਜੂਕੇਸ਼ਨ ਦੀ ਲੋੜ ਹੈ, ਤਾਂ ਕੀ ਕੰਮਕਾਜ ਕੀਤਾ ਹੈ, ਇਸ ਨੂੰ ਲੈ ਕੇ, ਇਸ ਨੂੰ ਆਧਾਰ ਬਣਾ ਕੇ ਵੋਟ ਵੀ ਮੰਗ ਰਹੇ ਨੇ, ਤਾਂ ਫੈਸਲਾ ਤੁਸੀਂ ਕਰਨਾ, ਤੁਹਾਡੀ ਕਚਹਿਰੀ 'ਚ ਉਤਰੇ ਨੇ ਤੇ ਫੈਸਲਾ ਤੁਹਾਡਾ ਹੈ। ਸਹਿਯੋਗੀ ਸਾਥੀ ਮਨਪ੍ਰੀਤ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।